ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਮਤਿ ਪਰਗਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਦੋਹਰਾ ਇਸ ਪ੍ਰਕਾਰ ਭਗਤੇ ਤਨ ਦੀਨਾ। ਸ਼੍ਰੀ ਪ੍ਰਭ ਰਹੇ ਬਾਸ ਕੋ ਕੀਨਾ। ਪੁਨੇ ਪ੍ਰਾਂਤ ਤਿਆਰੀ ਕਰਵਾਈ। ਕੀਨਸ ਡੇਰਾ ਕੂਚ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨੇ ਕਾਂਗੜ ਤੋਂ ਚੱਲ ਕੇ ਭਗਤੇ ਭਾਈ ਕੇ ਆਏ। ਇੱਥੇ ਪਾਤਸ਼ਾਹ ਜੀ ਨੂੰ ਭਾਈ ਭਗਤਾ ਜੀ ਦੀ ਵੰਸ਼ ਵਿੱਚੋਂ 5 ਭਰਾ, ਇਹਨਾਂ ਦਾ ਮਿਲਾਪ ਹੋਇਆ, ਗੱਲਾਂ ਬਾਤਾਂ ਹੋਈਆਂ। ਇਹਨਾਂ ਨੇ 3 ਦਿਨ ਪਾਤਸ਼ਾਹ ਜੀ ਨੂੰ ਆਪਣੇ ਕੋਲ ਰੋਕ ਕੇ ਸੇਵਾ ਕੀਤੀ ਸਿੰਘਾਂ ਦੀ, ਸਤਿਗੁਰਾਂ ਦੀ। ਅਤੇ ਉਸ ਤੋਂ ਬਾਅਦ ਸਤਿਗੁਰਾਂ ਨੇ ਤੀਸਰੇ ਦਿਨ ਤੜਕੇ ਇੱਥੋਂ ਚਾਲੇ ਪਾਏ ਹਨ। ਅਤੇ ਇੱਥੋਂ ਪਾਤਸ਼ਾਹ ਜੀ ਕਿਹੜੇ ਪਾਸੇ ਨੂੰ ਜਾਂਦੇ ਆ, ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਸ ਪ੍ਰਕਾਰ ਭਗਤੇ ਦਿਨ ਦੀਨਾ। ਸ਼੍ਰੀ ਪ੍ਰਭ ਰਹੇ ਬਾਸ ਕੋ ਕੀਨਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ, ਜਿਨ੍ਹਾਂ ਨੇ ਇਸ ਕਥਾ ਨੂੰ ਛੰਦਾਬੰਦੀ ਕਵਿਤ ਵਿੱਚ ਕੀਤਾ ਹੈ। ਔਰ ਇਹ ਕਥਾ ਸਾਰੀ ਦੱਸਦੇ ਆ ਰਾਮ ਕੋਇਰ ਜੀ ਬਾਬੇ ਬੁੱਢੇ ਦੀ ਵੰਸ਼ ਵਿੱਚੋਂ ਜੋ ਹੋਏ 10ਵੇਂ ਪਾਤਸ਼ਾਹ ਜੀ ਦੇ ਸਮੇਂ। ਉਹਨਾਂ ਨੇ ਇਹ ਸਾਰੀ ਕਥਾ ਮੂੰਹ ਜ਼ਬਾਨੀ ਕਹਿੰਦੇ ਲਿਖਵਾਉਣੀ ਕੀਤੀ ਸੀ, ਜਿਸ ਨੂੰ ਲੈ ਕੇ ਭਾਈ ਸੰਤੋਖ ਸਿੰਘ ਜੀ ਨੇ ਇਸ ਨੂੰ ਕਵਿਤਾ ਰੂਪ ਛੰਦਾਬੰਦੀ ਵਿੱਚ ਲਿਖਣਾ ਕੀਤਾ। ਭਾਈ ਸਾਹਿਬ ਲਿਖਦੇ ਹਨ ਕਿ ਇਉਂ ਸਤਿਗੁਰੂ 3 ਦਿਨ ਭਾਈ ਭਗਤੇ ਰਹਿਣਾ ਕੀਤਾ ਹੈ ਜੀ। ਉਹਨੇ ਪ੍ਰਾਂਤ ਤਿਆਰੀ ਕਰਵਾਈ। ਕੀਨਸ ਡੇਰਾ ਕੂਚ ਗੋਸਾਈ। ਔਰ ਤੀਜੇ ਦਿਨ ਪਾਤਸ਼ਾਹ ਜੀ ਨੇ ਇੱਥੋਂ ਚਾਲੇ ਪਾਉਣ ਦੀ ਸਲਾਹ ਕੀਤੀ ਹੈ। ਸਿੰਘਾਂ ਨੂੰ ਕਹਿੰਦੇ ਚਲੋ ਵੀ ਚੱਲੀਏ, ਸਿੰਘੋ ਘੋੜਿਆਂ ਤੇ ਕਾਠੀਆਂ ਪਾਓ। ਤਾਂ ਉਹਨਾਂ 5 ਭਰਾਵਾਂ ਨੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਕੁਝ ਸਮਾਂ ਹੋਰ ਰਹਿੰਦੇ। ਪਾਤਸ਼ਾਹ ਕਹਿੰਦੇ ਨਹੀਂ, ਲੱਗਦਾ ਇੱਕ ਜੰਗ ਹੋਰ ਹੋਣੀ ਆ, ਕਿਉਂਕਿ ਵਜੀਦੇ ਨੇ ਸ਼ਮੀਰ ਲਖਮੀਰ ਨੂੰ ਦੀਨੇ ਕਾਂਗੜ ਵਿੱਚ ਚਿੱਠੀ ਪਾਤੀ ਸੀ, ਭੇਜਤਾ ਸੀ ਸੁਨੇਹਾ ਬਈ ਤੇਰੇ ਕੋਲੇ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਬੈਠੇ ਆ ਤੇ ਸਾਡੇ ਹਵਾਲੇ ਕਰ ਦੇ। ਸ਼ਮੀਰ ਨੇ ਵਾਪਸ ਜਵਾਬ ਦਿੱਤਾ ਵੀ ਹਵਾਲੇ ਗੁਰੂ ਨੂੰ ਨਹੀਂ ਕਰਾਂਗੇ, ਅਸੀਂ ਤੇਰੇ ਨਾਲ 2 ਹੱਥ ਕਰ ਲਾਂਗੇ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਜਾਚਦਿਆਂ ਹੋਇਆਂ ਵੀ ਇਹ ਨਗਰ ਜਿਹੜਾ ਮੇਰੀਆਂ ਸਿੱਖ ਸੰਗਤਾਂ ਦਾ, ਇਹ ਕਿਤੇ ਇੱਥੇ ਲੜਾਈ ਹੋਈ ਅਤੇ ਇਹਨਾਂ ਦਾ ਨੁਕਸਾਨ ਨਾ ਹੋ ਜਾਵੇ। ਪਾਤਸ਼ਾਹ ਉੱਥੋਂ ਚੱਲਦੇ ਆ। ਭਾਵੇਂ ਸ਼ਮੀਰ ਹੋਰਿਆਂ ਨੇ ਬੜਾ ਰੋਕਣਾ ਕੀਤਾ, ਮਹਾਰਾਜ ਰੋਕੋ, ਸਾਡੇ ਕੋਲ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ ਸਾਰੇ ਨਗਰ ਨਿਵਾਸੀ। ਪਾਤਸ਼ਾਹ ਕਹਿੰਦੇ ਨਹੀਂ,
ਇਹ ਨਗਰ ਇੱਕ ਸਾਡਾ ਇਤਿਹਾਸਿਕ ਨਗਰ ਹੈ, ਇਸ ਨੂੰ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ। ਅਸੀਂ ਖੁੱਲ੍ਹੇ ਥਾਂ ਜੰਗਲ ਵਿੱਚ ਜਾ ਕੇ ਜੰਗ ਕਰਾਂਗੇ, ਖੁੱਲ੍ਹੇ ਥਾਂ ਜਾ ਕੇ, ਕੋਈ ਗੱਲ ਨਹੀਂ, ਆ ਜਾਣ ਦਿਓ ਇਸ ਨੂੰ। ਤੋ ਇਸ ਕਰਕੇ ਪਾਤਸ਼ਾਹ ਦੀਨੇ ਤੋਂ ਚੱਲ ਕੇ ਭਾਈ ਭਗਤੇ ਆਏ ਅਤੇ ਭਾਈ ਭਗਤੇ ਤੋਂ ਫਿਰ ਤੀਸਰੇ ਦਿਨ ਚਾਲੇ ਪਾਉਂਦੇ ਹਨ। ਸਹਿਜ ਸੁਭਾਇਕ ਵਿਚਰਤੀ ਖੇਲਤ ਜਾਏ ਅਖੀਰ। ਇਹੋ ਸਤਿਗੁਰੂ ਆਪਣੇ ਸਿੰਘਾਂ ਦੇ ਨਾਲ ਸਹਿਜ ਸੁਭਾਅ ਚੱਲਦੇ ਹੋਏ ਰਸਤੇ ਵਿੱਚ ਅਨੇਕਾਂ ਤਰ੍ਹਾਂ ਦੇ ਕੌਤਕ ਕਰਦੇ ਹੋਏ, ਸ਼ਿਕਾਰ ਖੇਡਦੇ ਹੋਏ ਤੁਰੇ ਜਾ ਰਹੇ ਹਨ। ਇਤਕ ਕੋਸ ਪਰ ਗ੍ਰਾਮਿਕ ਬੁਝਤ ਪੈ ਤਿਸ ਹੀਰ। ਔਰ ਕੁਝ ਸਮੇਂ ਤੋਂ ਬਾਅਦ ਇੱਕ ਪਿੰਡ ਆਇਆ ਤੇ ਪਿੰਡ ਦੇ ਕੋਲ ਪਾਤਸ਼ਾਹ ਰੁਕ ਗਏ। ਕੋਈ ਨਗਰ ਨਿਵਾਸੀ ਅੱਗੋਂ ਟੱਕਰਿਆ, ਉਸ ਨੂੰ ਪੁੱਛਦੇ ਹਨ, ਚੌਪਈ ਨਾਮ ਗ੍ਰਾਮ ਕੋ ਕਹੀਏ ਕੌਣ, ਲਖੋ ਬਰਾੜ ਬਸਤ ਹੈ ਜੌਨ। ਔਰ ਪੁੱਛਣ ਲੱਗੇ ਕਿ ਭਾਈ ਇਹ ਜਿਹੜਾ ਪਿੰਡ ਹੈ ਇਸ ਦਾ ਨਾਮ ਕੀ ਹੈ, ਸਾਨੂੰ ਦੱਸਣਾ ਕਰੋ ਜੀ। ਹੱਥ ਬੰਦ ਬੋਲੇ ਤਿਸ ਬੀਰਾ, ਬੰਦਰ ਨਾਮ ਗ੍ਰਾਮ ਇਸ ਕੀਰਾ। ਔਰ ਨਗਰ ਨਿਵਾਸੀ ਜਿਹੜਾ ਵੀ ਬੰਦਾ ਮਿਲਿਆ ਉਹ ਕਹਿਣ ਲੱਗਿਆ, ਜੀ ਸਾਡੇ ਇਸ ਪਿੰਡ ਦਾ ਨਾਮ ਬਾਂਦਰ ਹੈ। ਸਿੱਖ ਵਿਦੇਸ਼ੀ ਸੁਨ ਬਿਸਮਾਈ, ਇਨ ਤੇ ਅਦਭੁਤ ਬਾਕ ਅਲਾਈ। ਹੁਣ ਜਿਹੜੇ ਦੂਰੋਂ ਪਿੱਛੋਂ ਆਏ ਸੀ ਸਿੰਘ ਪਾਤਸ਼ਾਹ ਜੀ ਦੇ ਨਾਲ, ਉਹ ਕਹਿਣ ਲੱਗੇ, ਮਹਾਰਾਜ ਇਹ ਕਿਹੜਾ ਨਾਂ ਰੱਖਿਆ ਇਹਨਾਂ ਨੇ, ਕਿ ਕਹਾਂ ਬੰਦਰਨ ਗ੍ਰਾਮ ਬਸਾਇਓ, ਬਨ ਬ੍ਰਿਛਨ ਬਾਸਾ ਜਿਨ ਪਾਇਓ। ਇਹ ਬਾਂਦਰ ਤਾਂ ਦਰਖਤਾਂ ਦੇ ਰਿਹਾ ਕਰਦੇ ਆ ਤੇ ਬਾਂਦਰਾਂ ਨੇ ਪਿੰਡ ਕਿਵੇਂ ਵਸਾ ਲਿਆ। ਤਿਨ ਤੇ ਸੁਨ ਸਤਿਗੁਰ ਮੁਸਕਾਏ, ਸ਼੍ਰੀ ਮੁਖ ਤੇ ਗੁਣ ਭੇਦ ਬਤਾਏ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੇ ਤਾਂ ਇਹਨਾਂ ਸਿੰਘਾਂ ਦੀ ਗੱਲ ਸੁਣ ਕੇ ਹੱਸ ਪਏ, ਕਹਿੰਦੇ ਨਹੀਂ ਸਿੰਘੋ ਏਦਾਂ ਨਹੀਂ ਹੈ। ਬੰਦਰ ਗੋਤ ਨਰਨ ਕੋ ਆਹੈ, ਗ੍ਰਾਮ ਤੀਨੋ ਰਾਹਕ ਕੋ ਆਹੈ। ਇਹ ਪਿੰਡ ਤਾਂ ਕਿਸਾਨਾਂ ਦਾ, ਜ਼ਿਮੀਂਦਾਰਾਂ ਦਾ ਹੀ ਆ। ਪਿੰਡ ਦਾ ਨਾਮ ਬਾਂਦਰਾਂ ਇਸ ਕਰਕੇ ਪੈ ਗਿਆ ਕਿ ਇੱਥੋਂ ਦੇ ਜ਼ਿਮੀਂਦਾਰਾਂ ਦਾ ਗੋਤ ਬਾਂਦਰ ਹੈ। ਤੋ ਇਸ ਇਲਾਕੇ ਦੇ ਵਿੱਚ ਪਿੰਡ ਆ ਬਹਿਬਲ ਕਲਾਂ ਦੇ ਆਸੇ-ਪਾਸੇ, ਜਿੱਥੇ ਮੇਰੇ ਪ੍ਰੀਤਮ ਆਏ ਆ ਭਾਈ ਭਗਤੇ ਤੋਂ ਅੱਗੇ, ਇਹ ਬਾਂਦਰਾ ਪਿੰਡ ਵਿੱਚ ਪਹੁੰਚੇ ਹਨ। ਢੇਰ ਸਥਾਨ ਕੀਨ ਗੁਰ ਡੇਰਾ, ਉਤਰ ਤੁਰੰਗਨ ਤੇ ਤਿਸ ਬੇਰਾ। ਔਰ ਸਤਿਗੁਰੂ ਪਾਤਸ਼ਾਹ ਕਹਿੰਦੇ, ਸਿੰਘੋ ਇੱਥੇ ਹੀ ਉਤਾਰਾ ਕਰੋ, ਅੱਜ ਰਾਤ ਇੱਥੇ ਹੀ ਕੱਟਾਂਗੇ। ਸਿੰਘਾਂ ਨੇ ਉੱਥੇ ਪੜਾ ਕਰ ਲਿਆ, ਘੋੜੇ ਬੰਨ੍ਹ ਦਿੱਤੇ ਜੀ। ਥਾਨ ਥਾਨ ਪ੍ਰਤ ਦੇ ਲਗਾਏ, ਉਤਰੇ ਸਿੰਘ ਲਿਆਏ ਤ੍ਰਿਨ ਜਾਏ। ਔਰ ਸਿੰਘਾਂ ਨੇ ਪਹਿਲਾਂ ਘੋੜਿਆਂ ਦੇ ਖਾਣ ਪੀਣ ਦਾ ਇੰਤਜ਼ਾਮ ਕੀਤਾ, ਖੇਤਾਂ ਵਿੱਚੋਂ ਘਾਹ ਆਦਿ ਲਿਆ ਕੇ ਪਾਉਣਾ ਕੀਤਾ ਹੈ ਜੀ। ਬੰਦਰ ਖੈਂਚ ਤਬੀ ਚਲੇ ਆਏ, ਰਸਤ ਕ੍ਰਿਤ ਆਦਿਕ ਸਭ ਲਿਆਏ। ਤੋਂ ਬਾਂਦਰਾ ਪਿੰਡ ਦੀ ਜਿਹੜੀ ਪੰਚਾਇਤ ਸੀ, ਬਾਂਦਰਾਂ ਦੇ ਪੰਚਾਇਤ ਭਾਵ ਨਗਰ ਨਿਵਾਸੀ ਮੋਹਤਵਾਰ ਬੰਦੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਇਲਾਕੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਹਨ, ਤਾਂ ਉਹ ਸਾਰੇ ਸਿੰਘਾਂ ਨੇ ਜਲ ਪਾਣੀ ਦਾ ਇੰਤਜ਼ਾਮ ਕਰਕੇ ਲਿਆਏ, ਰਾਸ਼ਨ ਘਿਓ ਆਦਿ ਲੈ ਆਏ ਜੀ। ਤ੍ਰੇਦਾ ਦਾਨਾ ਕੋਰਨ ਕੋ ਦੀਨਾ, ਅਸਨ ਜਥਾ ਰੁਚ ਅਚਵਨ ਕੀਨਾ। ਘੋੜਿਆਂ ਦੇ ਵਾਸਤੇ ਵੀ ਛੋਲੇ ਘਾਹ ਆਦਿ ਇਹ ਵੀ ਲੈ ਕੇ ਆਏ, ਔਰ ਘੋੜਿਆਂ ਨੂੰ ਭੋਜਨ ਦਿੱਤਾ ਤੇ ਸਿੰਘਾਂ ਨੇ ਲਈ ਵੀ ਭੋਜਨ ਤਿਆਰ ਹੋਇਆ ਹੈ। ਰਾਤ ਬਿਤਾਏ ਭਈ ਅਸਵਾਰਾ, ਚੜੇ ਗੁਰੂ ਮਗ ਖਿਲਤ ਸ਼ਿਕਾਰਾ। ਇੱਕ ਰਾਤ ਪਾਤਸ਼ਾਹ ਜੀ ਨੇ ਬਾਂਦਰਾਂ ਵਿੱਚ ਕੱਟੀ ਆ। ਇੱਥੇ ਬਹੁਤੀਆਂ ਗੱਲਾਂ ਬਾਤਾਂ ਸ਼ਾਇਦ ਭਾਈ ਸਾਹਿਬ ਨੇ ਨਹੀਂ ਲਿਖੀਆਂ ਗਈਆਂ। ਇਸ ਤੋਂ ਬਾਅਦ ਅਗਲੇ ਦਿਨ ਤਿਆਰੀ ਕਰਦੇ ਹਨ। 5 ਗ੍ਰਾਮ ਬਰਗਾੜੀ ਗਏ, ਗੁਰ ਬਿਲੋਕ ਥਲ ਉਤਰਤ ਪਏ। ਤਾਂ ਬਾਂਦਰਾਂ ਤੋਂ ਚੱਲ ਕੇ ਬਰਗਾੜੀ ਨਗਰ, ਜਿੱਥੇ ਪਿਛਲੇ ਸਮੇਂ ਗੁਰੂ ਪਿਆਰਿਓ ਬਹੁਤ ਵੱਡਾ ਇਕੱਠ ਹੋਇਆ ਸੀ, ਬਹਿਬਲ ਕਲਾਂ, ਇਹਦੇ ਨਾਲ ਹੀ ਬਰਗਾੜੀ ਹੈ। ਤਾਂ ਬਾਂਦਰਾ ਪਿੰਡ ਤੋਂ ਚੱਲ ਕੇ ਬਰਗਾੜੀ ਆ ਗਏ। ਗੁਰੂ ਸਾਹਿਬ ਨੂੰ ਆਉਂਦਾ ਦੇਖਿਆ ਤੇ ਸਤਿਗੁਰਾਂ ਨੇ ਇਸ ਨਗਰ ਦੇ ਵਿੱਚ ਵੀ ਚਰਨ ਪਾਏ, ਉਤਾਰਾ ਕੀਤਾ ਹੈ ਜੀ। ਤਾਹਾ ਕਪੂਰੇ ਭਰਾਤਾਨੰਦ, ਸਾਥ ਕਪੂਰੇ ਬੈਰ ਬਿਲੰਦ। ਇੱਥੇ ਨਾ ਕੋਟ ਕਪੂਰੇ ਵਾਲੇ ਕਪੂਰੇ ਦਾ ਭਰਾ ਰਹਿੰਦਾ ਸੀ ਨੰਦ, ਤੇ ਇਹਨਾਂ ਦੋਹਾਂ ਭਰਾਵਾਂ ਦੀ ਲੱਗਦੀ ਸੀ, ਇੱਕ ਦੂਜੇ ਨਾਲ ਦੁਸ਼ਮਣੀ ਸੀ, ਵੈਰ ਸੀ। ਕੋਟਕਪੂਰੇ ਵਾਲਾ ਕਪੂਰਾ ਤੇ ਇਹ ਨੰਦ। ਚੜਿਓ ਲਰਨ ਕੋ ਨਿਕਸਿਓ ਬਾਹਰ, ਉੱਤਰ ਗੁਰੇ ਸੁਨੇ ਗਿਨ ਬਾਹਰ। ਤਾਂ ਗੁਰੂ ਪਿਆਰਿਓ ਇਹ ਕਿਤੇ ਘਰੋਂ ਨਿਕਲਿਆ ਸੀ ਲੜਾਈ ਕਰਨ ਵਾਸਤੇ। ਬਰਗਾੜੀ ਦੇ ਵਿੱਚ
ਨਿਕਲਿਆ ਸੀ ਲੜਾਈ ਕਰਨ ਵਾਸਤੇ, ਪਰ ਅੱਗੋਂ ਗੁਰੂ ਸਾਹਿਬ ਦੇ ਆਉਣ ਦਾ ਜਦੋਂ ਪਤਾ ਲੱਗਿਆ ਹੈ ਜੀ, ਅਤਿ ਉਦਰਣ ਤੇ ਦਰਸ਼ਨ ਚਾਹਾ, ਸੇਵ ਕਰੋ ਚਿਤ ਮਹਿਤ ਉਮਾਹਾ। ਔਰ ਇਹਦਾ ਜਿਹੜਾ ਦਿਮਾਗ ਸੀ ਉਹ ਘੁੰਮ ਗਿਆ। ਕਹਿੰਦੇ ਚੱਲ ਯਾਰ, ਮਸਾਂ ਗੁਰੂ ਸਾਹਿਬ ਆਪਣੇ ਇਲਾਕੇ 'ਚ ਆਏ ਨਾ, ਚਲੋ ਦਰਸ਼ਨ ਕਰਦੇ ਆਂ। ਲੜਾਈ ਵਾਲੇ ਪਾਸਿਓਂ ਮਨ ਬਦਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਚੱਲ ਪਿਆ ਕਿ ਚਲੋ ਸੇਵਾ ਕਰਦੇ ਹਾਂ। ਆਨ ਮਿਲਿਓ ਪਗ ਬੰਧਨ ਠਾਨੀ, ਸਭ ਬੁੱਧ ਲੀਤ ਖਾਨ ਅਰਪਾਨੀ। ਔਰ ਆ ਮੇਰੇ ਪ੍ਰੀਤਮ ਨੂੰ ਜਿੱਥੇ ਉਤਾਰਾ ਕੀਤਾ ਬਰਗਾੜੀ ਦੇ ਵਿੱਚ ਸਤਿਗੁਰਾਂ ਨੇ, ਉੱਥੇ ਮਿਲਿਆ ਹੈ। ਚਰਨ ਬੰਦਨਾ ਕਰਦਾ, ਨਮਸਕਾਰ ਕਰਦਾ, ਫਿਰ ਸਾਰਿਆਂ ਦੇ ਲਈ ਭੋਜਨ ਦਾ ਅਰੇਂਜਮੈਂਟ ਕਰਦਾ, ਇੰਤਜ਼ਾਮ ਕਰਦਾ ਹੈ ਜੀ। ਤਿਨ ਦਾ ਨਾਹਿਤ ਹਯਨ ਅਨਾਇਓ, ਆਪ ਖਰੇ ਹੋਏ ਸਭਨ ਪੁਚਾਇਓ। ਔਰ ਇਹ ਪਿੰਡ ਦਾ ਵੀ ਸ਼ਾਇਦ ਮੋਹਤਵਾਰ ਬੰਦਾ ਆਨੰਦ, ਤਾਂ ਇਸ ਨੇ ਆਪਣੇ ਬੰਦਿਆਂ ਨੂੰ ਭੇਜ ਕੇ ਘੋੜਿਆਂ ਵਾਸਤੇ ਘਾਹ ਆਦਿ ਮੰਗਵਾਉਣਾ ਕੀਤਾ ਹੈ, ਔਰ ਆਪ ਕੋਲ ਖੜ ਕੇ ਸਾਰੀ ਸੇਵਾ ਦੇਖਦਾ ਨਾਲੇ ਕਰਦਾ। ਪ੍ਰੇਮ ਭਾਵਨਾ ਕਰ ਬਹੁ ਤੇਰੀ, ਸੇਵਾ ਕਰ ਵਿਸਾਲ ਤਿਸ ਬੇਰੀ। ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਇਸ ਨੇ ਗੁਰੂ ਕੇ ਸਿੰਘਾਂ ਦੀ, ਸਤਿਗੁਰਾਂ ਦੀ ਅਤੇ ਘੋੜਿਆਂ ਦੀ ਸੇਵਾ ਕੀਤੀ ਹੈ। ਸਤਿਗੁਰ ਨਿਕਟ ਆਏ ਕਰ ਬੈਸਾ, ਪਰਖਿਓ ਭਾਵ ਰਿਦੇ ਮਹਿ ਜੈਸਾ। ਔਰ ਸਤਿਗੁਰ ਦੀ ਨਜ਼ਰ ਵਿੱਚ ਇਹਦੀ ਸੇਵਾ ਲੱਗਦਾ ਪ੍ਰਵਾਨ ਹੋ ਗਈ ਆ। ਇਹਦੀ ਪ੍ਰੇਮ ਭਾਵਨਾ ਵੇਖੀ ਪ੍ਰੀਤਮ ਨੇ। ਸ੍ਰੀ ਮੁਕਤੀ ਤੈ ਸੰਗ ਬਖਾਨਾ, ਛਾਂਗ ਅਨਾਵੋ ਪੁਸ਼ਟ ਮਹਾਨਾ। ਆਰਸ਼ਾ ਕਹਿੰਦੇ ਆਏ ਕਰ, ਇੱਕ ਵਧੀਆ ਜਿਹਾ ਬੱਕਰਾ ਲੈ ਕੇ ਆ ਸਿੰਘਾਂ ਵਾਸਤੇ। ਮਾਨ ਹੁਕਮ ਤਤਕਾਲ ਅਨਾਇਓ, ਝਟਕਾ ਤੁਪਕ ਸਾਥ ਕਰਵਾਇਓ। ਕਹਿੰਦੇ ਨੰਦ ਨੇ ਉਸੇ ਵੇਲੇ ਇੱਕ ਬੱਕਰਾ ਲਿਆਂਦਾ ਤੇ ਉਸ ਬੱਕਰੇ ਦਾ ਝਟਕਾ ਤਿਆਰ ਕੀਤਾ ਸਿੰਘਾਂ ਦੇ ਲਈ, ਸਾਰਿਆਂ ਲਈ। ਆਪ ਕੋ ਸੁਧਾਰ ਕਰ ਤਿਆਰੀ, ਡਾਰ ਮਸਾਲੇ ਵਿਵਿਧ ਪ੍ਰਕਾਰੇ। ਔਰ ਤਿਆਰ ਹੋ ਗਿਆ ਬਣ ਕਰਕੇ ਖਾਣ ਦੇ ਲਈ। ਕਰ ਆਹਾਰ ਪ੍ਰਭ ਕੋ ਅਚਵਾਇਓ, ਬੈਠਿਓ ਨਿਕਟ ਪ੍ਰਸੰਗ ਬਤਾਇਓ। ਤੇ ਸਾਰਿਆਂ ਨੇ ਸ਼ਾਮਾਂ ਦਾ ਭੋਜਨ ਜਿਹੜਾ ਸੀ ਉਹ ਤਿਆਰ ਹੋਇਆ ਤੇ ਛਕਣਾ ਕੀਤਾ ਹੈ ਜੀ। ਪ੍ਰਭ ਚੜਿਓ ਲਲਣ ਕੀ ਕਾਰਨ, ਨਿਕਸ ਤਰਾਵਰ ਕਰੇ ਨਿਹਾਰਨਾ। ਔਰ ਫਿਰ ਗੱਲਾਂ ਬਾਤਾਂ ਚੱਲ ਪਈਆਂ, ਵਿਹਲੇ ਹੋ ਗਏ ਭੋਜਨ ਪ੍ਰਸ਼ਾਦੇ ਤੋਂ। ਜਦੋਂ ਪਾਤਸ਼ਾਹ ਕਹਿੰਦੇ ਚੱਲਿਆ ਸੀ ਕਿਧਰੇ, ਤੂੰ ਕਹਿੰਦੇ ਹਾਂ ਮਹਾਰਾਜ ਚੱਲਿਆ ਤਾਂ ਮੈਂ ਲੜਾਈ ਕਰਨ ਵਾਸਤੇ ਸੀ। ਦਸ ਲਾਲਸਾ ਕਰ ਹਟ ਰਹਿਓ, ਸੁਨ ਕਰ ਗੁਰੂ ਸ਼੍ਰੀ ਤਿਸ ਕਹਿਓ। ਤੁਹਾਡੇ ਦਰਸ਼ਨਾਂ ਦੀ ਵੀ ਬੜੀ ਇੱਛਾ ਸੀਗੀ। ਜਦੋਂ ਮੈਨੂੰ ਪਤਾ ਲੱਗਿਆ ਵੀ ਤੁਸੀਂ ਸਾਡੇ ਨਗਰ ਉਤਰੇ ਹੋ, ਫਿਰ ਮੈਂ ਲੜਾਈ ਵਾਲਾ ਖਿਆਲ ਛੱਡ ਕੇ ਤੁਹਾਡੇ ਦਰਸ਼ਨਾਂ ਲਈ ਆ ਗਿਆ ਜੀ। ਸ਼ਤਰੂ ਪ੍ਰਾਤ ਕਰੇ ਚੜਾਈ, ਆਨ ਮਚਾਵੇ ਇਹ ਲੜਾਈ। ਤੇ ਮਹਾਰਾਜ ਮੈਂ ਚਾਹੁੰਦਾ ਸੀ ਪਿੰਡੋਂ ਬਾਹਰ ਜਾ ਕੇ ਲੜਾਂ, ਪਰ ਕੱਲ ਨੂੰ ਦੁਸ਼ਮਣ ਨੇ ਇੱਥੇ ਚੜ੍ਹਾਈ ਕਰਕੇ ਆ ਜਾਣਾ ਲੜਾਈ ਲਈ। ਰਨ ਕਰ ਬੇ ਤੁਮ ਗਮਨੋ ਨਾਹੀ, ਅਪਰ ਗ੍ਰਾਮ ਕੇ ਨਰ ਸਭ ਜਾਹੇ। ਤਾਂ ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਗੱਲ ਸੁਣ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਸਿੱਖਾ ਫਿਰ ਤੂੰ ਜਿਹੜਾ ਹੈ ਲੜਾਈ ਕਰਨ ਵਾਸਤੇ ਨਾ ਜਾਈ, ਬਾਕੀ ਦੇ ਪਿੰਡ ਵਾਲੇ ਭਾਵੇਂ ਚਲੇ ਜਾਣ, ਤੂੰ ਘਰੇ ਬੈਠਾ ਰਹੀ। ਅਲੇ ਰਲੇਗੇ ਹਾਰੇ ਨਾਹੀ, ਰਾਖੇ ਰੋਕ ਕਰੇ ਬਲ ਤਾਹੀ। ਔਰ ਤੇਰੇ ਬੰਦਿਆਂ ਦੇ ਵਿੱਚ ਇਹ ਤਾਕਤ ਹੋਵੇਗੀ ਕਿ ਉਹ ਦੁਸ਼ਮਣ ਨੂੰ ਰੋਕ ਲੈਣਗੇ, ਤੂੰ ਨਹੀਂ ਜਾਣਾ ਜੰਗ ਵਿੱਚ, ਤੂੰ ਘਰੇ ਬੈਠਾ ਰਹੀ। ਔਰ ਉਹ ਲੜਨਗੇ, ਆਪੇ ਜਿੱਤ ਕੇ ਆਉਣਗੇ, ਵੈਰੀ ਨੂੰ ਹਰਾ ਕੇ ਆਉਣਗੇ। ਜੀਨਾ ਪਰ ਜੋ ਰਹੇ ਸਦਨ ਮੇ, ਪ੍ਰਾਨ ਬਿਨਾਸੇ ਪ੍ਰਾਤੀ ਰਨ ਮਹਿ। ਤੇ ਜੇ ਤੂੰ ਸਾਡੀ ਗੱਲ ਨਾ ਮੰਨੀ, ਅਸੀਂ ਤੈਨੂੰ ਪਹਿਲਾਂ ਦੱਸਿਆ ਤੇਰੀ ਸੇਵਾ ਭਾਵਨਾ ਦਾ ਫਲ ਦੇਣ ਲੱਗਿਆ ਵੀ ਤੂੰ ਜੰਗ 'ਚ ਨਾ ਜਾਈਂ, ਤੇ ਜੇ ਤੂੰ ਸਾਡੀ ਗੱਲ ਨਾ ਮੰਨੀ, ਜੰਗ ਵਿੱਚ ਚਲਿਆ ਗਿਆ ਤੇ ਤੂੰ ਉੱਥੇ ਮਰ ਜਾਣਾ। ਜਾਤੇ ਉਚਿਤ ਨਾ ਕੋ ਕਹੋ ਜਾਨਾ, ਪੁਨੇ ਲਰੋ ਕਰ ਜੁਦ ਮਹਾਨਾ। ਇਹ ਦੇਖੋ ਨਾ ਪਾਤਸ਼ਾਹ ਜੀ ਕਿਸੇ ਕਿਸੇ ਤੇ ਕਿਰਪਾ ਕਰਦੇ ਆ, ਸਮੇਂ ਤੋਂ ਪਹਿਲਾਂ ਅਲਰਟ ਕਰ ਦਿੰਦੇ ਆ। ਇਹਦੀ ਸੇਵਾ ਭਾਵਨਾ ਨੂੰ ਫਲ ਲਾਇਆ ਵੀ ਤੂੰ ਨਾ ਜਾਈ, ਤੜਕੇ ਪਿੰਡ ਵਾਲੇ ਚਲੇ ਜਾਣਗੇ, ਤੂੰ ਨਾ ਜਾਈ। ਤੇ ਜੇ ਤੂੰ ਨਾ ਗਿਆ ਬਚ ਰਹੇਗਾ, ਜੇ ਤੂੰ ਚਲਿਆ ਗਿਆ ਨਾ ਗੱਲ ਮੰਨੀ ਤੇ ਉੱਥੇ ਜੰਗ ਵਿੱਚ ਮਰ ਜਾਵੇਂਗਾ। ਇਸ ਕਰਕੇ ਉੱਚੇ ਤੇ ਹੀ ਹੈ ਕਿ ਤੂੰ ਘਰੇ ਰਹੀਂ। ਫਤਿਹ ਰੂਪਨਤੀ ਪ੍ਰਾਪਤ ਹੋਏ, ਸੁਣਤ ਗੁਰੂ ਤੇ ਹਰਖਿਓ ਸੋਏ। ਫੇਰ ਭਾਵੇਂ ਲੜ ਲਈ ਉਦੋਂ ਬਾਅਦ, ਪਰ ਤੜਕੇ ਨਾ ਜਾਈ। ਸਮਾਂ ਟਾਲਦੇ ਆ ਸਤਿਗੁਰੂ ਇਸ ਦਾ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰਾਂ ਦੇ ਕੋਲੋਂ ਇਹ ਬਚਨ ਸੁਣ ਕੇ, ਦੁਸ਼ਮਣ ਦੇ ਫਤਿਹ ਦੀ ਬਚਨ ਸੁਣ ਕੇ ਇਹ ਬਹੁਤ ਖੁਸ਼ ਹੋਇਆ। ਬਾਰ ਬਾਰ ਕਰਕੇ ਪਗ ਨਮੋ, ਉੱਠ ਕਰ ਗੋ ਗਮਣਿਓ ਤੈ ਸਮੋ। ਤੇ ਅਖੀਰ ਕਾਫੀ ਸਮਾਂ ਸਤਿਗੁਰਾਂ ਦੀ ਹਜ਼ੂਰੀ 'ਚ ਬੈਠਾ ਗੱਲਾਂ ਬਾਤਾਂ ਕਰਦਾ ਰਿਹਾ। ਫਿਰ ਨਮਸਕਾਰ ਕਰਕੇ ਆਪਣੇ ਘਰ ਨੂੰ
ਚਲਿਆ ਗਿਆ ਜੀ। ਸੁਬਤ ਜਥਾ ਸੁਖ ਰਾਤ ਬਿਤਾਈ ਸੋਚ ਸਨਾਨ ਭੋਰ ਹੋਏ ਆਈ। ਔਰ ਸੌਂ ਗਿਆ ਰਾਤ ਨੂੰ, ਸੁਖ ਨਾਲ ਰਾਤ ਬਤੀਤ ਹੋਈ ਹੈ। ਦੂਜਾ ਦਿਨ ਚੜਿਆ, ਇਸ਼ਨਾਨ ਆਦਿ ਕੀਤਾ ਹੈ ਜੀ। ਕੁਛ ਦਲ ਤਬੇ ਕਪੂਰੇ ਕੀਰਾ ਆਨ ਸੋ ਲਰਿਓ ਸ਼ਰੀਕੇ ਚੀਰਾ। ਹੁਣ ਇਹਨਾਂ ਦੀ ਲੜਾਈ ਕੋਈ ਜ਼ਮੀਨਾਂ ਜਮੂਨਾਂ ਪਿੱਛੇ ਹੋਣੀ ਹੈ। ਸ਼ਰੀਕੇਬਾਜੀ ਦੀ ਲੜਾਈ ਸੀਗੀ, ਕਿਉਂਕਿ ਜ਼ਮੀਨਾਂ ਵੀ ਉਦੋਂ ਖੁੱਲੀਆਂ ਹੁੰਦੀਆਂ ਸੀ, ਹਜ਼ਾਰਾਂ ਹਜ਼ਾਰਾਂ ਘਮਾਂ ਤੱਕ। ਮਹਾਰਾਜਕਿਆਂ ਦੀ ਲੜਾਈ ਸੀ ਭੁੱਲਰਾਂ ਦੇ ਨਾਲ, ਹਜੇ ਤੱਕ ਵੀ ਚੱਲੀ ਜਾਂਦੀ ਆ। ਕੋ ਸਤਨਾਮ। ਤਾਂ ਇਸ ਤਰ੍ਹਾਂ ਇਹਨਾਂ ਦੀ ਕੋਈ ਲੜਾਈ ਹੋਣੀ ਹੈ, ਜ਼ਮੀਨਾਂ ਜਮੂਨਾਂ ਪਿੱਛੇ ਸ਼ਰੀਕੇਬਾਜੀ ਸੀ। ਤੇ ਇਹ ਪਹਿਲਾਂ ਹੀ ਜਾਂਦਾ ਸੀ ਲੜਨ ਵਾਸਤੇ, ਪਰ ਕੁਦਰਤੀ ਉਧਰ ਨਾ ਗਿਆ। ਤੇ ਦੂਜੇ ਦਿਨ ਤੜਕੇ ਕਪੂਰੇ ਦੇ ਬੰਦੇ ਆ ਗਏ ਲੜਨ ਵਾਸਤੇ। ਸਕਲ ਗ੍ਰਾਮ ਕੇ ਵੀਰ ਪਠਾਏ ਆਪਨਾ ਕਿਉ ਰਹੇ ਕਰ ਥਾਏ। ਔਰ ਇਸ ਨੇ ਗੁਰੂ ਜੀ ਦੀ ਗੱਲ ਮੰਨ ਕੇ ਆਪਣੇ ਬੰਦਿਆਂ ਨੂੰ ਭੇਜ ਦਿੱਤਾ ਨਗਰ ਨਿਵਾਸੀਆਂ ਨੂੰ, ਆਪ ਨਾ ਗਿਆ। ਕੋਠੇ ਅੰਦਰ ਹੋਏ ਪ੍ਰਵੇਸ਼ ਬੈਠ ਰਿਓ ਕਰ ਮੋਨ ਵਿਸ਼ੇਸ਼। ਔਰ ਆਪਣੇ ਕਮਰੇ ਵਿੱਚ ਬੈਠਾ ਰਿਹਾ ਵੜ ਕੇ, ਨਾ ਕਿਸੇ ਨਾਲ ਬੋਲਦਾ ਨਾ ਗੱਲ ਕਰਦਾ। ਬਹਿਰ ਭਰਿਓ ਕਮਸਾਨ ਲੜਾਈ ਜਵਾਲਾ ਬਮਣੀ ਜਾਲ ਚਲਾਈ। ਜਵਾਲਾ ਬਮਣੀ ਬੰਦੂਕਾਂ, ਬੇਅੰਤ ਬੰਦੂਕਾਂ ਦੀਆਂ ਗੋਲੀਆਂ ਚੱਲ ਰਹੀਆਂ। ਪਿੰਡ ਦੇ ਬਾਹਰ ਲੜਾਈ ਹੋ ਰਹੀ ਹੈ, ਪਰ ਇਹ ਅੰਦਰ ਬੈਠਾ ਸੀ। ਦਰਤ ਸ਼੍ਰੀ ਕਰਤੇ ਤਿਸ ਦਾਰਾ ਰਿਸ ਤਰਪਤ ਸੋ ਨਿਠੁਰ ਉਚਾਰਾ। ਔਰ ਗੁਰੂ ਪਿਆਰਿਓ, ਸ਼ਰੀਕਾਂ ਤੋਂ ਡਰਦੀ ਹੋਈ ਇਹਦੀ ਘਰ ਵਾਲੀ ਜਿਹੜੀ ਹੈ ਨਾ, ਉਹ ਆਪਣੇ ਪਤੀ ਨੂੰ ਜਾ ਕੇ ਕਹਿੰਦੀ, ਸਿਰ ਕੀ ਪਾਗ ਸ਼ਸਤਰ ਨਿਜ ਸਾਰੇ ਮੁਝ ਕੋ ਦਿਓ ਕਰੋ ਤਨ ਧਾਰੇ। ਔਰ ਕਹਿਣ ਲੱਗੀ, ਲਿਆ ਮੈਨੂੰ ਫੜਾ ਤੇਰੇ ਕੱਪੜੇ, ਮੈਂ ਪਾਉਣੀ ਆ। ਜੇ ਤੂੰ ਨਹੀਂ ਜੰਗ ਵਿੱਚ ਜਾਣਾ, ਤੂੰ ਮੈਨੂੰ ਫੜਾ ਪੱਗ, ਤਲਵਾਰ ਫੜਾ, ਮੈਨੂੰ ਬੰਦੂਕ ਫੜਾ, ਮੈਂ ਜਾ ਕੇ ਲੜਦੀ ਆ। ਜੇ ਤੂੰ ਨਹੀਂ ਜਾਣਾ। ਪਹਿਰ ਘਾਗਰੀ ਲਿਓ ਛਲੋਟੀ ਦੂਰੋਂ ਬੈਠ ਹੋਏ ਬਾਤ ਨਾ ਕੋਟੀ। ਕਹਿੰਦੀ ਤੂੰ ਘੱਗਰੀ ਪਾ ਲਾ। ਉਦੋਂ ਘੱਗਰੇ ਪਾਉਣੀਆਂ ਸੀ ਬੀਬੀਆਂ ਵੱਡੇ ਵੱਡੇ। ਤੇ ਕਹਿਣ ਲੱਗੀ ਤੂੰ ਘੱਗਰੀ ਪਾ ਲਾ, ਸਿਰ ਤੇ ਚੁੰਨੀ ਲੈ ਕੇ ਬਹਿ ਜਾ ਕਰੇ। ਹੁਣ ਉਹਨੂੰ ਇਹ ਨਹੀਂ ਪਤਾ ਸੀ ਵੀ ਗੁਰੂ ਸਾਹਿਬ ਨੇ ਰੋਕਿਆ ਹੋਇਆ। ਇਹਨੇ ਸੋਚਿਆ ਸ਼ਾਇਦ ਇਹ ਡਰਦਾ ਨਹੀਂ ਜਾਂਦਾ, ਤੇ ਇਸ ਨੇ ਤਾਨਾ ਜਿਹਾ ਮਾਰਤਾ ਉਸ ਨੂੰ। ਕਹਿੰਦੀ ਤੂੰ ਪਾ ਲਾ ਮੇਰੇ ਵਾਲੇ ਕੱਪੜੇ, ਤੇ ਮੈਂ ਪਾਉਣੀ ਆ ਮਰਦਾਂ ਵਾਲੇ ਕੱਪੜੇ, ਤੇ ਮੈਨੂੰ ਫੜਾ ਤਲਵਾਰ, ਮੈਂ ਜਾਨੀ ਆ। ਆਏ ਸ਼ਰੀਕ ਲੜੇ ਕਰ ਦਵਾਰੇ ਤੂੰ ਬੈਠਿਓ ਛਪ ਸਦਨ ਮਜਾਰੇ। ਸ਼ਰੀਕ ਸਾਡੇ ਬਾਹਰ ਚ ਖੜੇ ਲੜਾਈ ਕਰ ਰਹੇ ਆ, ਤੇ ਤੂੰ ਅੰਦਰ ਲੁੱਕ ਕੇ ਬੈਠਾ ਹੈ। ਕੁਲ ਕੀ ਜਹਾਨ ਕਰ ਬੈਸਾ ਤਨ ਭੰਡੜਾ ਹੋਵਤ ਜੈਸਾ। ਔਰ ਤੂੰ ਤਾਂ ਆਏ ਵੜ ਗਿਆ ਅੰਦਰ ਜਿਵੇਂ ਖੁਸਰਾ ਹੁੰਨਾ। ਭਾਵ ਕਈ ਵਾਰੀ ਬੰਦੇ ਤੋਂ ਬੁੜੀਆਂ ਦੇ ਇਹੋ ਜਿਹੇ ਤਾਨੇ ਮੇਣੇ ਵੀ ਨਹੀਂ ਝੱਲੇ ਜਾਂਦੇ। ਕੋਈ ਸਤਨਾਮ। ਭਾਵੇਂ ਕਿ ਗੁਰੂ ਸਾਹਿਬ ਨੇ ਪਹਿਲਾਂ ਇਹਨੂੰ ਰੋਕਿਆ ਸੀਗਾ। ਤਾਂ ਇਹ ਕਹਿਣ ਲੱਗੀ ਤੂੰ ਤਾਂ ਅੰਦਰ ਵੜ ਕੇ ਬਹਿ ਗਿਆ ਜਿਵੇਂ ਮਰਦੀ ਨਹੀਂ ਹੁੰਦਾਗਾ। ਮੈਨੂੰ ਫੜਾ ਕੱਪੜੇ, ਤੇਰੇ ਪੱਗ ਬੰਨ੍ਹ ਕੇ ਮੈਂ ਜਾਨੀ ਆ, ਤਲਵਾਰ ਲੈ ਕੇ, ਬੰਦੂਕ ਲੈ ਕੇ। ਤੂੰ ਬਹਿ ਜਾ ਇੱਥੇ ਮੇਰੇ ਕੱਪੜੇ ਪਾ ਕੇ, ਘੱਗਰੀ ਪਾ ਲਾ, ਸਿਰ ਤੇ ਚੁੰਨੀ ਲੈ ਲਾ ਜਿਵੇਂ ਮਾਝੇ ਵਾਲਿਆਂ ਨੂੰ। ਜਦ ਗੁਰੂ ਸਾਹਿਬ ਨੂੰ ਤਿਆਗ ਕੇ ਚਲੇ ਗਏ ਸੀ ਨਗਰ, ਤੇ ਪਾਤਸ਼ਾਹ ਜੀ ਦੇ ਬਾਰੇ ਜਦੋਂ ਪਤਾ ਲੱਗਿਆ, ਬੀਬੀਆਂ ਨੂੰ, ਕਿਸੇ ਦੀ ਭੈਣ ਨੇ, ਕਿਸੇ ਦੀ ਘਰਵਾਲ ਨੇ, ਕਿਸੇ ਦੀ ਮਾਂ ਨੇ ਤਾਨੇ ਮਾਰੇ ਵੀ ਤੁਸੀਂ ਗੁਰੂ ਸਾਹਿਬ ਨੂੰ ਛੱਡ ਕੇ ਕਿਉਂ ਆ ਗਏ। ਭਾਵੇਂ ਉਹਨਾਂ ਨੇ ਕਿਹਾ ਕਿ ਅਸੀਂ ਭੁੱਖੇ ਮਰਦੇ ਸੀਗੇ, ਉੱਥੇ ਕੀ ਕਰਦੇ। ਤਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਬਰਾਬਰ ਗੁਰੂ ਵੀ ਤਾਂ ਭੁੱਖਾ ਸੀ ਉੱਥੇ, ਉਹਨੇ ਕੀ ਖਾਧਾ ਸੀਗਾ। ਤਾਂ ਜਦੋਂ ਉਹਨਾਂ ਨੇ ਵੀ ਇਸੇ ਤਰ੍ਹਾਂ ਤਾਨੇ ਮਾਰੇ, ਜਿਵੇਂ ਕਵੀ ਗਾਉਂਦੇ ਆ, ਕਵੀਸ਼ਰ ਗਾਉਂਦੇ ਆ ਵੀ ਤੁਸੀਂ ਬਹਿ ਜਾਓ, ਬੱਚੇ ਪਾਲੋ, ਰੋਟੀਆਂ ਪਕਾਓ, ਤੇ ਸਾਡੇ ਬਸਤਰ ਪਹਿਨ ਲਓ। ਅਸੀਂ ਬਸਤਰ ਪਹਿਨ ਕੇ, ਤਲਵਾਰ ਲੈ ਕੇ, ਤੁਹਾਡੇ ਮਰਦਾਂ ਵਾਲੇ ਬਸਤਰ ਪਹਿਨ ਕੇ ਅਸੀਂ ਜਾਨੀਆਂ ਜੰਗ 'ਚ। ਬੀਬੀਆਂ ਦੇ ਤਾਨੇ ਸੁਣ ਕੇ ਗੁਰੂ ਪਿਆਰਿਓ ਸਾਰੇ ਲੋਕਾਂ ਨੇ ਬੜੀ ਸ਼ਰਮ ਖਾਧੀ। ਤਿਆਰ ਹੋਏ, ਤੇ ਫਿਰ ਇਹਨਾਂ ਨੂੰ ਮਿਲਾਉਣ ਵਾਸਤੇ ਮਾਈ ਭਾਗੋ ਇਹਨਾਂ ਦੀ ਜਥੇਦਾਰ ਬਣ ਕੇ ਆਈ। ਕੋ ਸਤਨਾਮ। ਜਿਨ੍ਹਾਂ ਨੇ ਰਾਮਿਆਨ ਦੀ ਧਰਤੀ ਤੇ ਸਤਿਗੁਰਾਂ ਨਾਲ ਮਿਲਾਉਣਾ ਕੀਤਾ, ਇਹਨਾਂ ਨੂੰ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਜਦੋਂ ਐਸੀਆਂ ਗੱਲਾਂ ਨੰਦ ਦੀ ਘਰ ਵਾਲੀ ਨੇ ਉਹਨੂੰ ਕਹੀਆਂ, ਨਿਸ਼ਟਰ ਹੁੰਦੇ ਹੈ ਕਰੜੇ ਬੋਲ, ਨਿਸ਼ਟਰ ਹੁੰਦਾ ਕਰੜੇ ਬੋਲ। ਇਹੋ ਜਿਹੇ ਸਖਤ ਬੋਲ ਜਦ ਇਸ ਘਰ ਵਾਲੀ ਨੇ ਕਹੇ, ਤੇ ਤ੍ਰਿਆ ਕੇ ਬੋਲ ਨਹੀਂ ਔਰ ਸਹਿਓ। ਕਹਿਣ ਲੱਗੇ ਨੰਦ ਇਹ ਗੱਲਾਂ ਸੁਣ ਕੇ ਝੱਲ ਨਹੀਂ ਸਕਿਆ ਜੀ। ਸ਼ਸਤਰ ਸਜਾਏ ਤੁਰੰਗਮ ਚੜਿਓ ਮਰਿਓ ਜੁਧ ਰਸ ਵੀਰੇ ਚੜਿਓ। ਉਹ ਲੈ ਕੇ ਸ਼ਸਤਰ ਪਹਿਨ ਕੇ ਕਰਕੇ ਘੋੜੇ ਤੇ ਸਵਾਰੀ ਜਾ ਵੜਿਆ ਜੰਗ ਵਿੱਚ।
ਫਿਰ ਲੜਿਆ ਜਾ ਕੇ ਸ਼ਰੀਕੇ ਦੇ ਬੰਦਿਆਂ ਨਾਲ। ਜਾਇ ਡਰਿਓ ਰਨ ਮੇ ਹੈ ਪੀਰਾ ਰਿਪਹ ਲਾਏ ਹੀਲਾ ਬਟਗੀਰਾ। ਔਰ ਜਾ ਕਰਕੇ ਦੁਸ਼ਮਣ ਦੇ ਨਾਲ ਦੋ ਹੱਥ ਕੀਤੇ, ਦੁਸ਼ਮਣ ਨੂੰ ਹਿਲਾ ਕੇ ਰੱਖ ਦਿੱਤਾ ਹਮਲਾ ਕਰਕੇ। ਇਹ ਬਲਾਏ ਦੂਰ ਲੱਗ ਗਏ ਠਹਿਰ ਅਰਿਅਰ ਧੀਰਜ ਕੀਏ। ਔਰ ਇਸ ਤਰ੍ਹਾਂ ਇਸ ਨੇ ਉਹਨਾਂ ਨੂੰ ਭਜਾ ਦਿੱਤਾ, ਦੂਰ ਭੱਜ ਗਏ। ਕੁਝ ਵੈਰੀ ਰੁਕ ਗਏ ਤੇ ਕੁਝ ਡਰਦੇ ਭੱਜ ਗਏ। ਤਜੀ ਤੋ ਪੰਗ ਪੁੰਜੀ ਕਸੰਗ ਗੁਰ ਕਾ ਲੱਗੀ ਬੇਗ ਤੇ ਅੰਗ। ਤੇ ਜਿਹੜੇ ਕੁਝ ਰੁਕੇ ਸੀ ਉਹਨਾਂ ਨੇ ਇੱਕ ਦੂਰੋਂ ਬੰਦੂਕ ਚਲਾ ਦਿੱਤੀ ਤੇ ਉਹ ਗੋਲੀ ਆ ਕੇ ਇਹਦੇ ਮੱਥੇ ਵਿੱਚ ਲੱਗੀ ਜਾਂ ਛਾਤੀ ਵਿੱਚ ਲੱਗੀ ਤੇ ਉਸ ਗੋਲੀ ਦੇ ਨਾਲ ਇਹ ਮਰ ਗਿਆ। ਗਿਰਿਓ ਮਿਰਤਕ ਹੈ ਵਿਕੇ ਤਤਕਾਲਾ ਲਿਆਇ ਉਠਾਏ ਗ੍ਰਾਮ ਮੇ ਡਾਲਾ। ਔਰ ਇਹਦੇ ਸੰਗੀ ਸਾਥੀ ਜਿਹੜੇ ਬਚੇ ਸਨ ਉਹ ਇਸ ਨੂੰ ਮਰੇ ਹੋਏ ਨੂੰ ਘੋੜੇ ਤੇ ਲੱਦ ਕੇ ਪਿੰਡ ਲੈ ਆਏ ਜੀ। ਇੱਕ ਸਨ ਬੰਦੀ ਤਿਸ ਕੋ ਤਾਇਓ ਸਿਮਰਤ ਬਾਗ ਗੁਰੂ ਡਿਗ ਆਇਓ। ਇਹਦਾ ਇੱਕ ਬੰਦਾ ਗੁਰੂ ਸਾਹਿਬ ਕੋਲੇ ਆ ਗਿਆ, ਉਹਨੂੰ ਕਿਤੇ ਪਤਾ ਸੀਗਾ ਇਹਦੇ ਨਾਲ ਹੋਣਾ ਪਹਿਲਾਂ ਕੱਲ, ਤਾਂ ਇਸ ਕਰਕੇ ਉਹ ਬੰਦਾ ਆ ਕੇ ਪਾਤਸ਼ਾਹ ਨੂੰ ਕਹਿੰਦਾ, ਬੋਲਿਓ ਹੱਥ ਜੋਰ ਕਰ ਸੋਏ ਮਰਿਓ ਚੌਧਰੀ ਵਰਜਿਓ ਜੋਏ। ਮਹਾਰਾਜ ਜੀ ਉਹ ਨੰਦ ਚੌਧਰੀ ਜਿਹੜਾ ਜਿਸ ਨੂੰ ਤੁਸੀਂ ਵਰਜਿਆ ਸੀ, ਰੋਕਿਆ ਸੀ ਵੀ ਤੂੰ ਜੰਗ ਵਿੱਚ ਨਹੀਂ ਜਾਣਾ, ਮਾਰਿਆ ਜਾਏਗਾ, ਉਦੋਂ ਬਾਅਦ ਨਹੀਂ ਮਰੇਗਾ। ਫਿਰ ਉਦੋਂ ਬਾਅਦ ਜਿੰਨੀਆਂ ਮਰਜ਼ੀ ਲੜਾਈਆਂ ਕਰ ਲਈ, ਕੱਲ੍ਹ ਵਾਲੀ ਲੜਾਈ ਵਿੱਚ ਨਹੀਂ ਜਾਣਾ, ਤੂੰ ਕਹੋ ਸਤਨਾਮ। ਪਰ ਉਹ ਵਰਜਿਆ ਹੋਇਆ ਨਾ ਰੁਕਿਆ ਮਹਾਰਾਜ ਤੇ ਚਲਿਆ ਗਿਆ। ਰਾਵਰ ਬਚਨ ਮਾਨ ਲੈ ਰਹਿਓ ਨਿਕਸਿਓ ਲਰਨ ਨਿਠੁਰ ਤਿਣ ਕਹਿਓ। ਵੈਸੇ ਤੁਹਾਡਾ ਬਚਨ ਮੰਨ ਕੇ ਉਹ ਘਰੇ ਬੈਠਾ ਸੀ, ਪਰ ਉਹਦੀ ਘਰਵਾਲੀ ਨੇ ਐਸੇ ਤਾਨੇ ਮਾਰੇ, ਉਹਨੂੰ ਕਰੜੇ ਬਚਨ ਕਹੇ, ਸਖਤ ਬਚਨ, ਉਹ ਤੋਂ ਫਿਰ ਰਿਹਾ ਨਾ ਗਿਆ ਤੇ ਲੜਨ ਲਈ ਚਲਿਆ ਗਿਆ ਜੀ। ਸ੍ਰੀ ਗੁਰ ਭਾਖਿਓ ਮਰੇ ਨ ਸੋਏ ਸੁਨ ਸੋ ਕਹੇ ਗਏ ਮ੍ਰਿਤੂ ਹੋਏ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਉਹ ਮਰਦਾ ਨਹੀਂ ਸੀਗਾ, ਉਹ ਮਰਿਆ ਨਹੀਂ ਹੈ। ਇਹ ਸੁਣ ਕੇ ਉਸਨੇ ਕਿਹਾ ਮ੍ਰਿਤੂ ਹੋ ਕੇ ਚਲਾ ਗਿਆ ਹੈ। ਗੁਰ ਬਣਿਓ ਨਹੀਂ ਮ੍ਰਿਤ ਹੋਵਾ ਸੁਨ ਸੋ ਕਹੇ ਮਾਰਿਓ ਦ੍ਰਿਗ ਜੋਵਾ। ਗੁਰੂ ਪਾਤਸ਼ਾਹ ਫਿਰ ਕਹਿੰਦੇ ਨਹੀਂ ਮਰਿਆ। ਉਹ ਬੰਦਾ ਕਹਿੰਦਾ ਮੈਂ ਅੱਖਾਂ ਨਾਲ ਵੇਖ ਕੇ ਆਇਆ ਜੀ, ਮਰੇ ਹੋਏ ਨੂੰ ਘੋੜੇ ਤੇ ਲੱਦ ਕੇ ਲਿਆਏ ਨਾ। ਪਾਤਸ਼ਾਹ ਨੇ ਦੂਜੀ ਵਾਰ ਫਿਰ ਕਿਹਾ ਵੀ ਉਹ ਨਹੀਂ ਮਰਿਆ ਨਹੀਂ ਹਜੇ। ਤੀਜੀ ਵਾਰ ਗੁਰ ਬਹੁਰ ਬਖਾਨਾ ਨਹੀਂ ਚੌਧਰੀ ਤਿਆਗੇ ਪ੍ਰਾਨਾ। ਤਾਂ ਪਾਤਸ਼ਾਹ ਸ਼ਾਇਦ ਉਹਨੂੰ ਫਿਰ ਜੀਵਨ ਦਾਨ ਦੇਣ ਲੱਗੇ ਹੋਣਗੇ ਉਹਦੀ ਸੇਵਾ ਭਾਵਨਾ ਕਰਕੇ। ਤੇ ਪਾਤਸ਼ਾਹ ਫਿਰ ਤੀਜੀ ਵਾਰ ਕਹਿੰਦੇ ਨਹੀਂ ਨਹੀਂ ਉਹਨੇ ਇਹ ਜਾਨ ਅਜੇ ਉਹਦੀ ਜਾਨ ਨਹੀਂ ਨਿਕਲੀ। ਸੋ ਬੋਲਿਓ ਨਿਸ਼ਚੇ ਮ੍ਰਿਤ ਪਾਈ ਤੀਨ ਬਾਰ ਗੁਰ ਗਿਰਾ ਹਟਾਈ। ਔਰ ਤੀਜਾ ਬਚਨ ਵੀ ਇਹਨੇ ਕੱਟ ਦਿੱਤਾ। ਸਰ ਜੇ ਬੋਲੇ ਸਹਿ ਸੁਭਾਏ ਸਾਧਕਾ ਬੋਲਿਆ ਬਿਰਥਾ ਨਾ ਜਾਏ, ਪਰ ਜੇ ਅੱਗੋਂ ਅਸੀਂ ਕੱਟ ਦਈਏ ਫਿਰ ਉਹ ਬਚਨ ਰੁਕ ਜਾਂਦਾ। ਕੋਈ ਸਤਨਾਮ ਜੇ ਕਹਿੰਦਾ ਸਤ ਬਚਨ ਹੀ ਚਲੋ ਦੇਖਦੇ ਆ, ਤੇ ਪਾਤਸ਼ਾਹ ਤਾਂ ਮੁਰਦਿਆਂ ਨੂੰ ਜਿਉਂਦੇ ਕਰ ਦਿੰਦੇ ਆ। ਕੋਈ ਸਤਨਾਮ ਸ੍ਰੀ। ਪਰ ਇਸ ਨੇ 3 ਵਾਰੀ ਵੀ ਬਚਨ ਜਿਹੜਾ ਹੈ ਉਹ ਉਲਟਾ ਦਿੱਤਾ। ਕਹਿਣ ਲੱਗਿਆ ਨਹੀਂ ਮਹਾਰਾਜ ਸੁਨ ਪ੍ਰਭ ਮੁਸਤ ਖੋਲ ਕਰ ਪਾਖਾ ਤਿਸ ਕੋ ਪੌਰ ਹਮੋ ਕਹਿ ਰਾਖਾ। ਉਹ ਜਾ ਯਾਰ, ਅਸੀਂ ਤਾਂ ਉਹਦਾ ਭੌਰ ਫੜ ਛੱਡਿਆ ਸੀ ਮੁੱਠੀ ਵਿੱਚ, ਲਿਜਾ ਕੇ ਉਹਦੇ ਵਿੱਚ ਪਾ ਦਿੰਦੇ। ਕਹੋ ਸਤਨਾਮ। ਅਸੀਂ ਉਹਦੇ ਭੌਰ ਨੂੰ, ਭਾਵ ਉਹਦੀ ਜਾਨ ਨੂੰ, ਉਹਦੇ ਜੀਵ ਆਤਮੇ ਨੂੰ ਫੜ ਲਿਆ ਸੀਗਾ, ਜਾਨ ਤੋਂ ਰੋਕ ਲਿਆ ਸੀਗਾ। ਉਹਦੀ ਸੇਵਾ ਭਾਵਨਾ ਦਾ ਫਲ ਦੇਣਾ ਸੀ। ਇੱਕ ਤਿਲ ਨਹੀਂ ਭੰਨੈ ਘੱਲ ਹੈ। ਅਸੀਂ ਫੜੀ ਬੈਠੇ ਸੀ ਤੇ ਪਾਤਸ਼ਾਹ ਨੇ ਮੁੱਠੀ ਖੋਲੀ। ਬਚ ਮਾਨਾ ਸੁਅਬ ਛੋਰਾ ਨਾਹਿਤ ਜੀਵ ਉਠਤ ਜੁਤ ਜੋਰਾ। ਤੇ ਤੂੰ 3 ਵਾਰੀ ਸਾਡਾ ਬਚਨ ਨਹੀਂ ਮੰਨਿਆ। ਜੇ ਤੂੰ 7 ਵਚਨ ਕਹਿ ਦਿੰਦਾ ਤੇ ਅਸੀਂ ਉਹਨੂੰ ਜਿਉਂਦਾ ਕਰ ਦਿੰਦੇ, ਪਰ ਤੂੰ ਸਾਡਾ ਬਚਨ 3 ਵਾਰੀ ਕੱਟ ਦਿੱਤਾ ਹੈ। ਹੁਣ ਤਾਂ ਉਹ ਮਰ ਗਿਆ ਹੈ। ਮੁਸ਼ਟੀ ਮੇ ਰਾਖਿਓ ਰੋਕਾ ਹਿਤ ਜਵਾਏ ਬੇਕਰਨ ਅਸ਼ੋਕ। ਔਰ ਅਸੀਂ ਉਸ ਦੇ ਜੀਵ ਆਤਮੇ ਨੂੰ ਆਪਣੇ ਕੋਲ ਰੱਖ ਲਿਆ ਸੀ ਫੜ ਕੇ ਮੁੱਠੀ ਵਿੱਚ, ਜਿਉਂਦਾ ਕਰਨ ਵਾਸਤੇ। ਸਤ ਬਚਨ ਤੇ ਕਿਉ ਨ ਮਾਨਿਓ ਮਰਿਓ ਜੀਵਾਵਤ ਸੋ ਤੈ ਹਾਨਿਓ। ਤਾਂ ਗੁਰੂ ਪਿਆਰਿਓ ਕਹਿਣ ਲੱਗੇ, ਉਸ ਵੇਲੇ ਕਹਿਣ ਲੱਗੇ ਜੇ ਤੂੰ 7 ਵਚਨ ਕਹਿ ਦਿੰਦਾ ਨਾ ਤੇ ਅਸੀਂ ਇਹ ਸ਼ੋਕ ਇਹ ਦੁੱਖ ਦੂਰ ਕਰ ਦੇਣਾ ਸੀ ਉਸ ਪਰਿਵਾਰ ਦਾ, ਕਿਉਂਕਿ ਉਹਨੇ ਬੜੀ ਸੇਵਾ ਕੀਤੀ ਸਾਡੀ। ਸਤਿਗੁਰ ਸੇਵਾ ਦਾ ਫਲ ਦਿੰਦੇ ਆ। ਇਸ ਕਰਕੇ ਜੇ ਤੂੰ ਸਾਡੀ ਗੱਲ ਮੰਨ ਲੈਂਦਾ ਤਾਂ ਅਸੀਂ ਉਸ ਨੂੰ ਜਵਾ ਦੇਣਾ ਸੀ। ਰੁਦਤ ਕਿਉ ਮਿਲ ਕੀਨ ਸਦਾਹਾ ਭਇਓ ਚੌਧਰੀ ਤਤ ਛਿਨ ਸਵਾਹਾ। 7 ਬਚਨ ਤੈ ਕਿਉਂ ਨਾ ਮਾਨਿਓ ਮਰਿਓ ਜਵਾਬਤ ਸੋ ਤੈ ਹਾਨਿਓ। ਤੂੰ ਮਾਰਤਾ, ਪਹਿਲਾਂ ਤਾਂ ਕਦੇ ਬਚ ਜਾਂਦਾ ਪਰ ਤੂੰ ਮਾਰ ਦਿੱਤਾ ਹੈ। ਅਖੀਰ
ਰੋਂਦਿਆਂ ਹੋਇਆਂ ਸਾਰਿਆਂ ਨੇ ਰਲ ਕੇ ਉਸ ਦਾ ਕਹਿੰਦੇ ਸੰਸਕਾਰ ਕੀਤਾ ਹੈ ਜੀ। ਰੁਦਤ ਕਿਉ ਮਿਲ ਕੀਨ ਸਦਾ ਪਿਓ ਚੌਧਰੀ ਤਤ ਛਿਨ ਸਵਾ। ਔਰ ਅਖੀਰ ਸੰਸਕਾਰ ਕਰ ਦਿੱਤਾ ਹੈ, ਸਰੀਰ ਦੀ ਸਵਾਹ ਬਣ ਗਈ ਜੀ। ਹੁਣ ਸ਼੍ਰੀ ਪ੍ਰਭ ਤਿਆਰੀ ਕਰਵਾਹੀ ਡਾਰੇ ਜੀਨ ਹੈ ਅਨ ਸਮਦਾਈ। ਔਰ ਫਿਰ ਪਾਤਸ਼ਾਹ ਕਹਿਣ ਲੱਗੇ ਚਲੋ ਸਿੰਘੋ ਅਗਲੇ ਪਿੰਡ ਚੱਲੀਏ। ਤੇ ਇਸ ਤਰ੍ਹਾਂ ਬਰਗਾੜੀ ਤੋਂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਚਾਲੇ ਪਾਉਣ ਦਾ ਹੁਕਮ ਦਿੱਤਾ ਹੈ। ਕਰਿਓ ਕੂਚ ਚੱਲ ਪਰੇ ਅਗੇਰੇ ਕਿਤਕ ਕੋਸ ਉਲੰਘੇ ਜਿਸ ਮੇਰੇ। ਇਥੋਂ ਕੁਝ ਕੋ ਪਾਤਸ਼ਾਹ ਜੀ ਆਪਣੀਆਂ ਫੌਜਾਂ ਸਮੇਤ ਲੰਘੇ ਹਨ। ਬੈਬਲ ਤੇ ਸੁਰਵਾਈ ਨਾਮੋ ਕਰੇ ਬਲੋਕਨ ਜਬ ਏ ਗ੍ਰਾਮੋ। ਤਾਂ ਅੱਗੇ ਪਿੰਡ ਆ ਗਏ ਬਹਿਬਲ ਤੇ ਸਰਾਵਾਂ। ਤਾਂ ਹੁਣ ਪਾਤਸ਼ਾਹ ਜੀ ਦੇ ਕੁਝ ਕੋ ਪੈਂਡਾ ਕੀਤਾ ਘੋੜਿਆਂ ਤੇ ਬਹਿਬਲ ਪਿੰਡ ਸਰਾਵਾਂ ਪਿੰਡ ਇੱਥੇ ਪਹੁੰਚੇ ਹਨ। ਤੇਰਾ ਕਰਤ ਪਏ ਸੁਭ ਥਾਨ ਸਨੇ ਸਨੇ ਪਹੁੰਚੀ ਸਭ ਆਨ। ਔਰ ਚੰਗਾ ਸਥਾਨ ਦੇਖ ਕੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ, ਇੱਥੇ ਪੜਾ ਕੀਤਾ ਹੈ ਜੀ। ਪਹਿਰ ਤੀਸਰਾ ਦਿਨ ਕੋ ਗਿਓ ਮਾਦਕ ਤਬ ਅਨਾਈ ਛਕ ਲਿਓ। ਇਉਂ ਗੁਰੂ ਪਿਆਰਿਓ ਪਿਛਲਾ ਪੈਰ ਹੋਇਆ, ਤੀਜਾ ਪੈਰ ਹੋਇਆ ਤੇ ਉਹਨਾਂ ਸਮਿਆਂ ਵਿੱਚ ਸਿੰਘ ਢੰਡਿਆਈ ਆਦਿ ਛਕਿਆ ਕਰਦੇ ਆ। ਤੇ ਕਹਿਣ ਲੱਗੇ ਸਿੰਘਾਂ ਨੇ ਢੰਡਿਆਈ ਤਿਆਰ ਕੀਤੀ, ਸਭ ਨੇ ਛਕਣੀ ਕੀਤੀ ਹੈ। ਦੋਤੇ ਵਾਲ ਤਾਲ ਕੋ ਨਾਮੋ ਤਿਸਮੇ ਸੁਨ ਜਲ ਕੋ ਅਬਿਰਾਮੋ। ਇੱਥੇ ਨੇੜੇ ਕੋਈ ਤਲਾਬ ਹੈ ਦੋਦੇਵਾਲ। ਜਦੋਂ ਉਸ ਦਾ ਪਤਾ ਲੱਗਿਆ ਵੀ ਤਲਾਬ ਵਿੱਚ ਪਾਣੀ ਹੈ, ਭਾਵ ਅਸੀਂ ਤਲਾਅ ਕਹਿੰਦੇ ਆ, ਪਹਿਲਾਂ ਛਪੜੀ ਟੋਭਾ ਤਲਾਅ ਇਹ ਸਾਰੇ ਨਾਮ ਹੀ ਵਰਤੇ ਜਾਂਦੇ ਸੀਗੇ। ਜੇ ਅਸੀਂ ਤਲਾਅ ਕਹੀਏ ਤਾਂ ਮਾਨੋ ਇੱਕ ਸ਼ੁੱਧ ਜਗ੍ਹਾ ਦਾ ਨਾਮ ਲੈਂਦੇ ਹਾਂ। ਜੇ ਛਪੜੀ ਕਹਿੰਦੇ ਆ ਤਾਂ ਉਹਦੇ ਵਿੱਚ ਪਸ਼ੂ ਆਦਿ ਵੀ ਜਾਂਦੇ ਆ। ਤਾਲ ਵੀ ਕਹਿ ਦਿੰਦੇ, ਜਿਵੇਂ ਗੁਰੂ ਕਾ ਤਾਲ ਆਗਰਾ, ਗੁਰੂ ਕਾ ਤਾਲ ਗੁਰਦੁਆਰਾ, ਉੱਥੇ ਵੀ ਨੌਵੇਂ ਪਾਤਸ਼ਾਹ ਜੀ ਉਸ ਤਲਾਈ ਤੇ ਹੀ ਰੁਕੇ ਸੀ। ਜਲ ਪਾਣੀ ਸੌਖਾ ਮਿਲ ਜਾਂਦਾ। ਤਾਂ ਤਲਾਅ ਨੂੰ ਸੁਣ ਕੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਕਿਹਾ ਚਲੋ ਭਾਈ ਬਾਹਰ ਬੂਰ ਜਾ ਆਈਏ, ਇੱਥੇ ਪਾਣੀ ਹੈਗਾ ਵਧੀਆ। ਇਹ ਤਸੋ ਚੇਤੇ ਦਿਸ ਡਿਗ ਗਏ ਸੋਚ ਇਸ਼ਨਾਨ ਤਾ ਕਰ ਲਏ। ਤੇ ਉਸ ਤਲਾਈ ਦੇ ਵਿੱਚ ਕਹਿੰਦੇ ਸਤਿਗੁਰਾਂ ਨੇ ਇਸ਼ਨਾਨ ਵੀ ਕੀਤਾ ਹੈ। ਇੱਕ ਸ਼ਹੀਦ ਤੁਰਕ ਤਬ ਆਵਾ ਸ਼ਮਸ਼ ਸੀਤ ਸਿੱਤੇ ਪਹਿਰਾਵਾ। ਤੇ ਉਸ ਵੇਲੇ ਜਿਸ ਵੇਲੇ ਪਾਤਸ਼ਾਹ ਕਹਿੰਦੇ ਉੱਥੇ ਇਸ਼ਨਾਨ ਕਰ ਰਹੇ ਸੀ, ਇੱਕ ਮੁਸਲਮਾਨ ਸ਼ਹੀਦ ਪਰ ਮਰਿਆ ਹੋਇਆ ਮੁਸਲਮਾਨ ਸ਼ਹੀਦ ਆਇਆ। ਚਿੱਟਾ ਦਾੜਾ ਚਿੱਟੇ ਬਸਤਰ ਹਨ। ਸਿਰ ਸਰੋਵਰ ਦੀਰਘ ਖਰਿਓ ਚੰਕਾਲ ਤੇ ਵਾਸਾ ਕਰਿਓ। ਨੇੜੇ ਇੱਕ ਸ਼ਰੀਂ ਦਾ ਦਰਖਤ ਹੈ, ਇਹ ਇੱਥੇ ਰਹਿੰਦਾ ਸੀ ਲੰਬੇ ਸਮੇਂ ਤੋਂ। ਕਹਤੇ ਨਿਕਸ ਗੁਰੂ ਡਿਗ ਆਇਓ ਹੱਥ ਜੋਰ ਪਗ ਸੀਸ ਨਿਭਾਇਓ। ਔਰ ਇਹਨੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਹੱਥ ਬੰਨ੍ਹ ਕੇ ਨਮਸਕਾਰ ਕੀਤੇ, ਮੱਥਾ ਟੇਕਿਆ ਜੀ। ਇਸ ਕੋ ਦੇਖ ਗੁਰੂ ਬਚ ਕੀਆ ਰਾਜੀ ਹੈ ਹੁਸਨ ਖਾਮੀਆਂ। ਤੇ ਸਤਿਗੁਰ ਤਾਂ ਜਾਨੀ ਜਾਨ ਹੈ, ਤਿੰਨਾਂ ਸਮਿਆਂ ਦੇ ਜਾਣੂ ਹੈ, ਭੂਤ ਭਵਿੱਖ ਤੇ ਵਰਤਕਾਲ ਦੇ। ਤੇ ਸਤਿਗੁਰੂ ਇਸ ਰੂਹ ਨੂੰ ਵੀ ਜਾਣਦੇ ਆ ਕੌਣ ਹੈ ਇਹ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੁਸੈਨ ਖਾਂ ਮੀਆਂ ਕੀ ਹਾਲ ਹੈ। ਸੁਨ ਮਨ ਅਨੰਦ ਦੀਰਘ ਧਾਰਾ ਰਾਜੀ ਆਜ ਵਿਸਾਲ ਉਚਾਰਾ। ਰਾਜੀ ਹੈ ਪਾਤਸ਼ਾਹ ਕਹਿੰਦੇ ਅੱਜ ਰਾਜੀ ਹੋਇਆ, ਅੱਜ ਤੁਹਾਡੇ ਦਰਸ਼ਨ ਹੋ ਗਏ ਤੇ ਤੁਹਾਡੇ ਮੁਖ ਚੋਂ ਜਿਹੜਾ ਬਚਨ ਨਿਕਲਿਆ ਰਾਜੀ ਹੈ ਨਾ। ਜਦੋਂ ਕੋਈ ਰੱਬ ਦਾ ਪਿਆਰਾ ਕਹਿੰਦਾ ਨਾ ਹੋਰ ਬਈ ਠੀਕ ਠਾਕ ਹੈ, ਨਾ ਵੀ ਹੋਵੇ ਤੇ 7 ਵਚਨ ਕਹਿ ਦਿਓ ਹੋ ਜਾਂਦੇ ਆ। ਕੋਈ ਸਤਨਾਮ ਜੇ ਸਾਧੂ ਕਹਿ ਦੇ ਨਾ ਹੋਰ ਬਈ ਠੀਕ ਆ ਪੁੱਤ ਹਮਾਰਾ ਕਿਰਪਾ ਸੋਡੀ, ਐਦਾਂ ਹੀ ਕਹਿਣਾ ਚਾਹੀਦਾ। ਅੱਗੋਂ ਇਹ ਨਹੀਂ ਕਹਿੰਦੇ ਨਾ ਜੀ ਬਹੁਤ ਦੁਖੀ ਆ, ਨਾ ਇਹ ਨਹੀਂ ਕਹਿਣਾ ਚਾਹੀਦਾ। ਜਿਵੇਂ 3 ਬਚਨ ਕੱਟ ਤੇ ਪਾਤਸ਼ਾਹ ਜੀ ਦੇ ਸਰ ਜੇ ਬੋਲੇ ਸਹਿ ਸਵਾਏ ਸਾਧਕਾ ਬੋਲਿਆ ਬਿਰਥਾ ਨਾ ਜਾਏ। ਤੋ ਲੰਬੇ ਸਮੇਂ ਤੋਂ ਇਹ ਰੂਹ ਜਿਹੜੀ ਹੈ ਭਟਕ ਰਹੀ ਸੀ। ਉਹ ਸ਼ਰੀਂ ਦੇ ਦਰਖਤ ਦੇ ਵਿੱਚ ਕਹਿੰਦੇ ਰਹਿੰਦੀ ਸੀ ਲੰਬੇ ਸਮੇਂ ਤੋਂ। ਗੁਰੂ ਸਾਹਿਬ ਨੂੰ ਆ ਕੇ ਨਮਸਕਾਰ ਕੀਤੀ। ਪਾਤਸ਼ਾਹ ਕਹਿੰਦੇ ਰਾਜੀ ਆ ਹੁਸੈਨ ਖਾਂ ਮੀਆਂ ਰਾਜੀ ਆ। ਹਾਂ ਜੀ ਕਹਿੰਦੇ ਅੱਜ ਰਾਜੀ ਆ। ਮੌਲਾ ਪਾਕ ਅੱਲਾ ਖੁਦਾਏ ਕਰ ਦੀਦਾਰ ਅਦਕ ਸੁਖ ਪਾਏ। ਕਿਉਂਕਿ ਅੱਜ ਮੇਰੇ ਸਾਹਮਣੇ ਸਾਖਿਅਤ ਮੌਲਾ ਪਾਕ ਪਵਿੱਤਰ, ਮੌਲਾ ਵੀ ਪਰਮੇਸ਼ਰ ਦਾ ਨਾਮ ਹੈ। ਤਾਂ ਮੌਲਾ ਪਾਕ ਪਵਿੱਤਰ ਅੱਲਾਹ ਖੁਦਾਏ ਮੇਰੇ ਸਾਹਮਣੇ ਖੜਾ ਹੈ ਤੇ ਹਜੇ ਵੀ ਰਾਜੀ ਨਾ ਹੋਵਾਂ। ਗੁਰੂ ਸਾਹਿਬ ਦਾ ਬੜਾ ਪਿਆਰ ਸਤਿਕਾਰ ਕਰਦੇ ਆ। ਜਿਨ੍ਹਾਂ ਨੂੰ ਪਛਾਣ ਹੈ ਨਾ ਉਹੀ ਕਰਦੇ ਆ, ਨਹੀਂ ਤਾਂ ਬਹੁਤ ਸਾਰੇ ਲੋਕ ਤਾਂ ਗੁਰੂ ਪਿਆਰੋ ਸ਼ਰੀਕੇਬਾਜ਼ੀ ਛੋਟੇ ਵੱਡੇ ਧਰਮਾਂ ਇਹਨਾਂ ਚੱਕਰਾਂ 'ਚ ਪਏ ਰਹਿੰਦੇ ਆ। ਪਰ ਜਿਨ੍ਹਾਂ ਨੂੰ ਪਛਾਣ ਹੈ ਨਾ ਸਾਈਂ ਮੀਆਂ ਮੀਰ ਵਰਗੇ ਤੇ ਇਹੋ ਜਿਹੀਆਂ ਰੂਹਾਂ, ਜਾਂ ਗੁਰੂ ਪਿਆਰੋ ਸਾਡੇ ਵਿੱਚ ਵੀ ਭਾਈ ਕਨ੍ਹਈਆ ਜੀ ਵਰਗੇ ਜਿਹੜੇ ਮੁਸਲਮਾਨਾਂ ਨੂੰ ਵੀ ਪਾਣੀ ਪਿਆਉਂਦੇ ਆ,
ਜਿਹੜੇ ਬ੍ਰਹਮ ਗਿਆਨੀ ਆ, ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ, ਉਹ ਹਰ ਥਾਂ ਤੇ ਅੱਲਾ ਖੁਦਾ ਪਰਮੇਸ਼ਰ ਨੂੰ, ਰੱਬ ਨੂੰ ਵੇਖਦੇ ਆ। ਤੋ ਕਹਿਣ ਲੱਗਿਆ ਅੱਜ ਮੇਰੇ ਸਾਹਮਣੇ ਖੁਦ ਪਾਕ ਪਵਿੱਤਰ ਅੱਲਾ ਮੌਲਾ ਖੜਾ ਹੈ, ਖੁਦਾ ਖੜਾ ਹੈ, ਤੇ ਦੀਦਾਰ ਕਰਕੇ ਮਾਰਾ ਰਾਜੀ ਹੋ ਗਿਆ। निरंकार को चाहत रहियो सुंदर रूप आज मैं लहियो। ਬੜੀ ਲੰਮੇ ਸਮੇਂ ਦੀ ਇੱਛਾ ਸੀ ਦਰਸ਼ਨਾਂ ਦੀ। होए विशाल मोहे कल्याण पई दुख पापन की हान। ਕਿਰਪਾ ਕਟਾਖਿਆ ਅਵਲੋਕਨ ਕੀਨੋ। ਪਾਤਸ਼ਾਹ ਤਾਂ ਗੱਲਬਾਤ ਕਰ ਰਹੇ ਐ, ਬਾਣੀ ਤਾਂ ਕਹਿੰਦੇ ਜੇ ਕਿਤੇ ਟੇਢੀ ਅੱਖ ਨਾਲ ਵੀ ਦੇਖ ਲਵੇ, ਕਹੋ ਸਤਨਾਮ। ਕੱਟ ਆਖਿਆ, ਕੱਟ ਮਾਰ ਕੇ, ਭਾਵ ਐਦਾਂ ਵੇਖਿਆ ਮਾੜਾ ਜਾ ਤੇ ਫਿਰ ਬੰਦ ਕਰਤਾ, ਇੰਨੇ ਵੇਖਣ ਨਾਲ ਹੀ ਕੰਮ ਕਰ ਦਿੰਦਾ, ਕਹੋ ਸਤਨਾਮ। ਕਿਰਪਾ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਤੁਸੀਂ ਤਾਂ ਮੇਰੇ ਨਾਲ ਗੱਲਾਂ ਕਰ ਰਹੇ ਹੋ ਮਹਾਰਾਜ, ਤੁਹਾਡੀ ਕਿਰਪਾ ਦ੍ਰਿਸ਼ਟੀ ਦਾ ਸਦਕਾ ਪਾਪ ਭੱਜ ਗਏ। ਬਾਣੀ ਦਾ ਬਚਨ ਹੈ, ਉੱਠ ਵੰਝੋ ਕਿਲ ਵੇਖੋ, ਕਰਤਾ ਘਰ ਆਇਆ ਪਾਪੋ ਭੱਜ ਜਾਓ। ਅੱਜ ਇਸ ਘਰ ਦਾ ਮਾਲਕ, ਇਹ ਬਾਡੀ ਦਾ ਸਰੀਰ ਦਾ ਮਾਲਕ ਪਰਮੇਸ਼ਰ ਦਾ ਨਾਮ ਤੇ ਪਰਮੇਸ਼ਰ ਇਹਦੇ ਵਿੱਚ ਆ ਗਿਆ। ਪਾਪਾਂ ਦੇ ਦੁੱਖ ਦੂਰ ਹੋ ਗਏ ਜੀ। जब गुर हटे आए बेडेरी कर सलाम सो हटियो बछेरे। ਔਰ ਸਤਿਗੁਰੂ ਪਾਤਸ਼ਾਹ ਤਲਾਈ ਤੋਂ ਇਸ਼ਨਾਨ ਕਰਕੇ ਵਾਪਸ ਆਪਣੇ ਤੰਬੂਆਂ ਵੱਲ ਆ ਗਏ, ਜਿੱਥੇ ਉਤਾਰਾ ਕੀਤਾ ਹੈ, ਤੇ ਇਹ ਸਲਾਮ ਕਰਕੇ ਭਾਵ ਨਮਸਕਾਰ ਕਰਕੇ ਚਲਿਆ ਗਿਆ ਹੈ ਜੀ। अब सिखन पूज्यो है कौन उज्जल रूप दिखायो जौन। ਤਾਂ ਫਿਰ ਸਿੰਘਾਂ ਨੇ ਪੁੱਛਿਆ ਮਹਾਰਾਜ ਇਹ ਚਿੱਟੇ ਚਿੱਟੇ ਬਾਣੇ 'ਚ ਕੌਣ ਸੀਗਾ? करियो सलाम आपको जब छपियो बलोकत हमरे तब। ਪਹਿਲਾਂ ਆਪਾਂ ਨੂੰ ਦਿਸਦਾ ਰਿਹਾ ਤੇ ਬਾਅਦ ਜਦੋਂ ਹੀ ਨਮਸਕਾਰ ਕੀਤੀ ਤੇ ਅਲੋਪ ਹੋ ਗਿਆ, ਭਾਵ ਉਸ ਦਾ ਉਹ ਗੰਢ ਖੁੱਲ ਗਈ ਜਿਹੜੀ ਵੱਜੀ ਹੋਈ ਸੀ, ਕਹੋ ਸਤਨਾਮ ਸੀ। ਸਾਡੀ ਰੂਹ ਦੀ ਗੰਢ ਵੱਜ ਜਾਂਦੀ ਹੈ ਕਿਸੇ ਫੁਰਨੇ ਦੇ ਕਾਰਨ, ਚੰਗੇ ਨਾਲ ਵੀ ਵੱਜ ਜਾਂਦੀ ਹੈ, ਮਾੜੀ ਨਾਲ ਵੀ ਵੱਜ ਜਾਂਦੀ ਹੈ। ਉਹ ਗੰਢ ਉਹਨਾਂ ਚਿਰ ਨਹੀਂ ਖੁੱਲਦੀ ਜਿੰਨਾ ਚਿਰ ਗੁਰੂ ਦਾ ਬਚਨ ਕੰਨ 'ਚ ਨਾ ਪਵੇ, ਕਹੋ ਸਤਨਾਮ ਸੀ। ਤਾਂ ਇਸ ਕਰਕੇ ਬਾਣੀ, ਗੁਰੂ ਦੇ ਬਚਨ, ਗੁਰੂ ਦੇ ਜਵਾਨ, ਗੁਰੂ ਦੀ ਬਾਣੀ ਜਿਹੜੀ ਹੈ ਮੁਕਤੀ ਜੀਵਾਂ ਦੀ ਇਉਂ ਕਰਦੀ ਹੈ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ ਨਾ। ਸਾਡੀ ਆਤਮਾ ਜਿਹੜੀ ਹੈ ਇੱਕ ਸ਼ਬਦ ਹੈ, ਤੇ ਇਹਨੂੰ ਸ਼ਬਦ ਨੂੰ ਸ਼ਬਦ ਹੀ ਕੱਟਦਾ ਹੈ। ਸਾਡੀ ਆਤਮਾ ਕਿਸੇ ਫੁਰਨੇ ਕਰਕੇ ਫਸ ਜਾਂਦੀ ਆ, ਚਾਹੇ ਉਹ ਟੇਢੀਆਂ ਜੂਨਾਂ ਵਿੱਚ ਚਲੀ ਗਈ। ਜਿਵੇਂ ਪਾਤਸ਼ਾਹ ਦੇ ਬਚਨ ਦੀ ਉਦਾਹਰਨ ਲੈ ਲਓ, ਅੰਤ ਕਾਲ ਜੇ ਲక్ష్ਮੀ ਸਿਮਰੇ, ਹਾਏ ਮੈਂ ਤਾਂ ਮਰ ਗਿਆ, ਮੇਰੀ ਮਾਇਆ ਦਾ ਕੀ ਬਣੂਗਾ? ਮਾਇਆ ਜੋੜ ਜੋੜ ਘਰੇ ਰੱਖੀ ਆ, ਚੰਗੇ ਕੰਮਾਂ ਤੇ ਵਰਤੀ ਨਹੀਂ। ਬੜਾ ਮੋਹ ਸੀ ਮਾਇਆ ਦੇ ਨਾਲ, ਤੇ ਅਖੀਰ ਮਰਦਾ ਮਰਦਾ ਕਹਿੰਦਾ ਹਾਏ ਮੇਰੀ ਮਾਇਆ, ਮਾਇਆ ਦਾ ਕੀ ਬਣੂਗਾ? ਤੇ ਫਿਰ ਕੀ ਹੁੰਦਾ? ਪਰਮੇਸ਼ਰ ਕਹਿੰਦੇ ਚੰਗਾ ਜੇ ਤੂੰ ਮਾਇਆ ਸੰਭਾਲਣੀ ਹੈ, ਸੱਪ ਬਣਾ ਦਿੰਦੇ ਆ, ਤੂੰ ਸੱਪ ਬਣ ਕੇ ਇਹਦੇ ਕੋਲ ਬੈਠਾ ਰਹੇ। ਗੁਰੂ ਪਿਆਰਿਓ, ਹੁਣ ਤੁਸੀਂ ਕਹੋ ਵੀ ਸੱਪ ਦਾ ਰੁਪਈਆਂ ਨਾਲ ਕੀ ਤਲਕ? ਸੱਪ ਦਾ ਤਲਕ ਹੈ ਹੀਰੇ ਜਵਾਹਰਾਤ ਸੋਨੇ ਚਾਂਦੀ ਨਾਲ। ਸੱਪ ਦੇ ਮੂੰਹ 'ਚ ਕੋਹੜ ਕਿਰਲੀ, ਛੱਡਦਾ ਤਾਂ ਕੋਹੜੀ, ਖਾਂਦਾ ਤਾਂ ਕਲੰਕੀ। ਹੁਣ ਇਸ ਗੱਲ ਦਾ ਅੰਤਰੀ ਭਾਵ ਸਮਝੋ ਵੀ ਜਦੋਂ ਕਿਰਲੀ ਸੱਪ ਦੇ ਮੂੰਹ 'ਚ ਆ ਗਈ, ਜੇ ਤਾਂ ਉਹ ਟਪਾਉਂਦਾ ਤੇ ਆਪਣੀ ਕੁੱਲ ਘਾਤ ਕਰਦਾ, ਜੇ ਉਹਨੂੰ ਛੱਡਦਾ ਤੇ ਕਿਰਲੀ ਜਾਂਦੀ ਜਾਂਦੀ ਇਹਦੀ ਅੱਖ ਪੱਟ ਕੇ ਲਿਜਾਊਗੀ, ਕਹੋ ਸਤਨਾਮ ਸੀ। ਕਿਉਂਕਿ ਚਮਕਦੀ ਚੀਜ਼ ਤੇ ਇਹ ਮੂੰਹ ਮਾਰਦੀਆਂ ਦੋਨੇ ਚੀਜ਼ਾਂ, ਸੱਪ ਤੇ ਕਿਰਲੀ। ਇਸ ਕਰਕੇ ਜੇ ਉਹਨੇ ਛੱਡੀ ਆ ਤਾਂ ਉਹਦੀ ਅੱਖ ਕੱਢ ਕੇ ਲੈ ਜਾਊਗੀ, ਤੇ ਜੇ ਉਹਨੇ ਖਾ ਲਈ ਤੇ ਫਿਰ ਕੁੱਲ ਘਾਤੀ ਆ, ਕਹੋ ਸਤਨਾਮ ਸੀ। ਇਸ ਕਰਕੇ ਕਹਾਵਤ ਬਣੀ ਆ। ਤੋ ਇਸ ਕਰਕੇ ਇਹ ਸੱਪਾਂ ਦਾ ਜਿਹੜਾ ਹੈ ਨਾ, ਖਜ਼ਾਨਿਆਂ ਦੇ ਵਿੱਚ ਵਾਸ ਹੁੰਦਾ, ਜਿੱਥੇ ਸੋਨਾ ਚਾਂਦੀ ਹੀਰੇ ਦੱਬੇ ਪਏ ਖਜ਼ਾਨੇ ਜਾਂ ਕਿਸੇ ਕਮਰਿਆਂ 'ਚ ਬੰਦ ਪਏ ਆ, ਉੱਥੇ ਸੱਪ ਪੈਦਾ ਹੋ ਜਾਂਦੇ ਆ, ਕਹੋ ਸਤਨਾਮ ਸੀ। ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਔਤਰੇ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ। ਅੰਤ ਕਾਲ ਜੇ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬੇਸਵਾ ਜੋਨ ਬਲ ਬਲ ਔਤਰੇ। ਜੇ ਮਰਦੇ ਮਰਦੇ ਕਿਸੇ ਇਸਤਰੀ ਦਾ ਖਿਆਲ ਆ ਗਿਆ, ਚਾਹੇ ਆਪਦੀ ਦਾ ਕਿ ਚਾਹੇ ਕਿਸੇ ਥਰਡ ਪਰਸਨ ਦਾ, ਤਾਂ ਪਾਤਸ਼ਾਹ ਕਹਿੰਦੇ ਤੈਨੂੰ ਇਹ ਇਸਤਰੀ ਜਾਮਾ ਚੰਗਾ ਲੱਗਦਾ ਹੈ, ਚੱਲ ਤੈਨੂੰ ਇਸਤਰੀ ਬਣਾ ਕੇ ਬੇਸਵਾ ਹੀ ਬਣਾ ਦਿੰਦੇ ਆ, ਕਹੋ ਸਤਨਾਮ। ਬੇਸਵਾ ਦੇ ਘਰੇ ਪੈਦਾ ਕਰ ਦਿੰਦੇ ਆ। ਅੰਤਕਾਲ ਜੇ ਲੜਕੇ ਸਿਮਰੇ, ਜੇ ਮਰਦਾ ਮਰਦਾ ਕਹਿੰਦਾ ਹਾਏ ਮੇਰੇ ਬੱਚੇ, ਮੈਂ ਤਾਂ ਮਰ ਗਿਆ, ਬੱਚਿਆਂ ਦਾ ਕੀ ਬਣੂਗਾ? ਪਾਤਸ਼ਾਹ ਕਹਿੰਦੇ ਬੱਚਿਆਂ ਨਾਲ ਹੀ ਮੋਹ ਹੈ, ਮੇਰੇ ਕੋਲ ਨਹੀਂ ਆਉਣਾ, ਤੇ ਜਾ ਤੈਨੂੰ ਸੂਰ ਬਣਾ ਦਿੰਦੇ ਆ, ਸੂਰੀ ਬਣਾ ਦਿੰਦੇ ਆ। ਉਹਦੇ 18-20 ਬੱਚੇ ਹੁੰਦੇ ਆ, ਲਈ ਫਿਰੀ ਚੀਂ ਚੀਂ ਕਰਦੇ ਮਗਰੇ ਮਗਰ। ਤੋ ਇਹ ਸਾਇੰਟੀਫਿਕ ਗੱਲਾਂ ਹੈ ਭਾਸ਼ਾ ਦੀਆਂ, ਇਹਨੂੰ ਸੈਂਸ ਵੀ ਨਹੀਂ ਕੱਟ ਸਕਦੀ, ਕਿਉਂਕਿ ਜੈਸਾ ਸੇਵਾ ਤੈਸਾ ਹੋਏ। ਜਿਹੋ ਜਿਹਾ ਫੁਰਨਾ ਬਣੂਗਾ ਉਹੋ ਜਿਹਾ ਅਗਲਾ ਜੀਵਨ ਹੋਊਗਾ। ਜਿਵੇਂ ਤੁਸੀਂ ਉਦਾਹਰਨ ਦੇ ਤੌਰ 'ਤੇ ਕਿਲ੍ਹਾ ਸਾਹਿਬ 'ਚੋਂ ਨਿਕਲਦੇ ਹੋ,
ਜੇ ਤੁਸੀਂ ਫੁਰਨਾ ਬਣਾਉਨੇ ਹੋ ਘਰੇ ਜਾਣ ਦਾ, ਫਿਰ ਤਾਂ ਘਰੇ ਜਾਓਗੇ। ਜੇ ਤੁਸੀਂ ਫੁਰਨਾ ਬਣਾ ਲਿਆ ਵੀ ਜਦ ਫਲਾਣੇ ਮਿੱਤਰ ਕੋਲੇ ਚੱਲ ਕੇ ਆਈਏ, ਫਿਰ ਤੁਸੀਂ ਘਰੇ ਨਹੀਂ ਜਾ ਸਕਦੇ, ਮਿੱਤਰ ਕੋਲੇ ਪਹੁੰਚ ਜਾਓਗੇ। ਕਹੋ ਸਤਿਨਾਮ। ਜੇ ਤੁਸੀਂ ਫੁਰਨਾ ਬਣਾ ਲਿਆ ਬਾਜ਼ਾਰ 'ਚ ਘੁੰਮਣ ਦਾ, ਫਿਰ ਬਾਜ਼ਾਰ 'ਚ ਹੀ ਘੁੰਮਦੇ ਰਹੋਗੇ, ਘਰੇ ਨਹੀਂ ਜਾਓਗੇ। ਘਰੇ ਤਾਂ ਜਾਓਗੇ ਜੇ ਘਰ ਦਾ ਫੁਰਨਾ ਬਣਾਓਗੇ। ਕਹੋ ਸਤਿਨਾਮ। ਇਹ ਉਦਾਹਰਨ ਹੈ ਸਮਝਣ ਵਾਸਤੇ। ਅੰਤ ਕਾਲ ਜੇ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਹਾਏ ਮੈਂ ਮਰ ਗਿਆ, ਮੈਂ ਤਾਂ ਮਸਾਂ ਕੋਠੀ ਪਾਈ ਸੀ। ਤਾਂ ਮਹਾਂਪੁਰਸ਼ ਆਨੰਦ ਸਿੰਘ ਜੀ, ਇਹਨਾਂ ਨੇ ਬੜੀਆਂ ਗੁਰੂ ਪਿਆਰੋ ਯਾਤਰਾਵਾਂ ਕੀਤੀਆਂ, ਇਹਨਾਂ ਦੇ ਵੱਡੇ ਮਹਾਂਪੁਰਸ਼। ਤਾਂ ਗੁਰੂ ਪਿਆਰੋ ਦੱਸਦੇ ਆ, ਜਦੋਂ ਕੋਈ ਨਗਰ ਨਿਵਾਸੀਆਂ ਨੇ ਇਹਨਾਂ ਨੇ ਕੁਝ ਕਿਤੇ ਰੁਕਣਾ ਤੇ ਉੱਤੇ ਝੌਂਪੜੀ ਪਾ ਦੇਣੀ ਇਹਨਾਂ ਦੇ ਵਾਸਤੇ, ਵੀ ਚਲੋ ਸ਼ਾਮੇ ਬਹਿ ਜਾਣਗੇ। ਪਰ ਜਾਂਦੇ ਹੋਏ ਇਹਨਾਂ ਨੇ ਝੌਂਪੜੀ ਨੂੰ ਢਾਹ ਕੇ ਜਾਣਾ ਕਿ ਪਿੱਛੇ ਧਿਆਨ ਨਾ ਰਹਿ ਜੇ ਵੀ ਆਪਣੀ ਝੌਂਪੜੀ ਉੱਥੇ ਵਧੀਆ। ਕੋਈ ਸਤਿਨਾਮ ਸੀ। ਖੈਰ ਇਸ ਤਰ੍ਹਾਂ ਗੁਰੂ ਪਿਆਰੋ ਮਹਾਂਪੁਰਸ਼ਾਂ ਦਾ ਇਹ ਖਿਆਲ ਹੁੰਦਾ, ਉਹਨਾਂ ਨੇ ਬਾਣੀ ਨੂੰ ਵਿਚਾਰਿਆ, ਬਾਚਿਆ ਤੇ ਜੀਵਨ ਤੇ ਢਾਲਿਆ। ਅੰਤ ਕਾਲ ਜੇ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਹੋਏ ਬਲ ਬਲ ਉਤਰੇ। ਕਹਿੰਦਾ ਮੈਂ ਤਾਂ ਕੋਠੀ 'ਚ ਰਹਿਣਾ ਸੀ, ਹੁਣ ਮੇਰਾ ਕੀ ਬਣੂ, ਕੋਠੀ ਰਹਿ ਗਈ। ਕਹਿੰਦੇ ਚੰਗਾ ਫਿਰ ਇਹਦੇ ਵਿੱਚ ਬਿਨਾਂ ਸਰੀਰ ਤੋਂ ਤੁਰਿਆ ਫਿਰ। ਕਹੋ ਸਤਿਨਾਮ। ਭਟਕਦਾ ਰਹਿ, ਫਿਰਦਾ ਰਹਿ ਪ੍ਰੇਤ ਬਣ ਕੇ, ਤਾਂ ਫਿਰ ਕਿਵੇਂ ਨਿਕਲਾਂਗੇ। ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੈ ਹਿਰਦੇ ਵਸੇ। ਜਿਨ੍ਹਾਂ ਦੇ ਹਿਰਦੇ ਵਿੱਚ ਆਖਰੀ ਸਮੇਂ ਉਹ ਸੁਨਹਿਰੀ ਸਰੂਪ ਵਾਲਾ ਪਰਮੇਸ਼ਰ ਵਸ ਗਿਆ, ਉਹ ਨਿਕਲ ਜਾਣਗੇ ਦੁਨੀਆ 'ਚੋਂ। ਇਹ ਵੀ ਕਿਸੇ ਕਾਰਨ ਫਸਿਆ ਹੀ ਹੋਣਾ ਵਿਚਾਰਾ, ਪਰ ਅੱਜ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਪੈ ਗਈ। ਸਿੰਘ ਕਹਿੰਦੇ ਮਹਾਰਾਜ ਪਹਿਲਾਂ ਤਾਂ ਉਹ ਦਿਸਦਾ ਰਿਹਾ, ਤੇ ਜਦੋਂ ਹੀ ਉਹਨੇ ਤੁਹਾਨੂੰ ਮੱਥਾ ਟੇਕਿਆ ਉਹ ਅਲੋਪ ਹੋ ਗਿਆ। ਇਹ ਕੌਣ ਸੀ? ਸਤਿਗੁਰ ਕਹਿਓ ਕਾਲਿਨ ਕਾਲੀ, ਕਿਸੂ ਕਰਮ ਫਲ ਪਿਓ ਵਿਸਾਲੀ। ਪਾਤਸ਼ਾਹ ਕਹਿੰਦੇ ਇਹਨੇ ਘਾਲਣਾ ਬਹੁਤ ਕੀਤੀ, ਸੇਵਾ ਸਿਮਰਨ ਭਜਨ ਬੰਦਗੀ ਬਹੁਤ ਕੀਤੀ, ਪਰ ਪਤਾ ਨਹੀਂ ਕਿਹੜੇ ਕਰਮ ਕਰਕੇ ਇਹਨੂੰ ਇਹ ਫਲ ਮਿਲਿਆ। ਅਬ ਕੀ ਤਕ ਦਿਨ ਮੇ ਕਲਿਆਣ, ਜਾਇ ਪਿਸ਼ਟ ਸੁਖ ਪਾਈ ਮਹਾਨ। ਪਰ ਅੱਜ ਆਪਣਾ ਮਿਲਾਪ ਹੋ ਗਿਆ। ਕੱਲ ਜਿਵੇਂ ਆਪਾਂ ਤਿੱਤਰ ਦੀ ਗੱਲ ਕੀਤੀ ਸੀ, ਆ ਗੰਢੂਆਂ ਪਿੰਡ ਪਿੱਛੇ ਆਪਾਂ ਸਰਵਣ ਕੀਤਾ ਸੀਗਾ, ਇੱਥੇ ਇੱਕ ਤਿੱਤਰ ਮਿਲਿਆ ਸੀ ਪਾਤਸ਼ਾਹ ਜੀ ਨੂੰ, ਤੇ ਸਿੰਘਾਂ ਨੂੰ ਕਹਿੰਦੇ ਬਚਨ ਉਚਾਰਿਆ ਸੀ ਆਪਾਂ ਕੱਲ ਸਰਵਣ ਕੀਤਾ। ਭੂਮੀਆਂ ਭੂਮ ਉੱਪਰ ਨਿਤ ਲੂਝੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁਝ। ਸਿੰਘਾਂ ਨੇ ਪੁੱਛਿਆ ਜੀ ਇਹ ਕੀ ਆ? ਕਹਿੰਦੇ ਆ ਤਿੱਤਰ, ਇਹ ਰਾਜਾ ਸੀਗਾ, ਕਈ ਜਨਮੇ ਨੇ ਭੋਗੇ, ਪਰ ਰਿਹਾ ਇਸੇ ਹੀ ਗੰਢ ਤੇ ਇਸੇ ਥੇ ਤੇ, ਇਹ ਥੇ ਨਹੀਂ ਛੱਡ ਕੇ ਜਾਂਦਾਗਾ। ਤੇ ਮਹਾਰਾਜ ਅੱਛਾ ਪੱਕੀ ਗੱਲ ਆ? ਕਹਿੰਦੇ ਹਾਂ ਫੜ ਲਿਓ, ਇਹਦਾ ਇੱਕ ਕਾਣੀ ਵੀ ਆ, ਜੇ ਕਾਣਾ ਹੋਇਆ ਤੇ ਫਿਰ ਉਹੀ ਰਾਜਾ ਹੈ। ਕੋਈ ਸਤਿਨਾਮ। ਸਿੰਘਾਂ ਨੇ ਭੱਜ ਦੌੜ ਕਰਕੇ ਉਹਨੂੰ ਭਜਾ ਕੇ ਫੜਿਆ। ਜਦ ਫੜ ਕੇ ਵੇਖਿਆ ਵਾਕਈ ਕਾਣਾ। ਕਹਿੰਦੇ ਜੀ ਕਾਣਾ ਹੈ? ਕਹਿੰਦੇ ਬਸ ਉਹੀ ਰਾਜਾ ਹੈ। ਕਹਿੰਦੇ ਜੀ ਹੁਣ ਇਹਦਾ ਉਧਾਰ ਕਰ ਦਿਓ ਫਿਰ। ਕਹਿੰਦੇ ਉਧਾਰ ਤਾਂ ਕਰਨਾ ਹੀ ਹੈ, ਸੰਜੋਗ ਨਾਲ ਹੀ ਮਿਲਾਪ ਹੁੰਦੇ ਹੈ। ਪੂਰਵ ਕਰਮ ਅੰਕੁਰ ਜਿਹਾ ਪ੍ਰਗਟੇ, ਭੇਠਿਓ ਪੁਰਖ ਰਸਕ ਬੈਰਾਗੀ। ਫਿਰ ਰੱਬ ਦੇ ਪੈਰਾਂ ਦੇ ਮਿਲਾਪ ਹੁੰਦਾ। ਤੇ ਅੱਜ ਇਸ ਉਸਮਾਨ ਖਾਂ ਦੀ, ਅੱਜ ਜਿਹੜਾ ਮੁਸਲਮਾਨ ਫਕੀਰ ਮਿਲਿਆ ਪ੍ਰੀਤਮ ਨੂੰ, ਤਾਂ ਗੁਰੂ ਪਿਆਰਿਓ ਇਸ ਹੁਸੈਨ ਖਾਂ ਮੀਆਂ ਜੀ ਜਿਨ੍ਹਾਂ ਦਾ ਅੱਜ ਉਧਾਰ ਹੋਇਆ, ਪਾਤਸ਼ਾਹ ਕਹਿੰਦੇ ਹੁਣ ਇਹ ਟੱਪ ਗਿਆ। ਸਭ ਬ੍ਰਾਹਮਣ ਕੀ ਨਰ ਗਣ ਆਏ, ਕੁਛ ਕਰਸਤ ਕ੍ਰਿਤ ਆਦਿਕ ਲਿਆਏ। ਤੋਂ ਬਹਿਬਲ ਕਲਾਂ ਦੇ ਨਗਰ ਨਿਵਾਸੀ ਜਿਹੜੇ ਸਨ, ਉਹਨਾਂ ਨੂੰ ਪਾਤਸ਼ਾਹ ਜੀ ਦੀ ਆਉਣ ਦਾ ਪਤਾ ਲੱਗਿਆ, ਤੇ ਸਿੰਘਾਂ ਵਾਸਤੇ ਘੋੜਿਆਂ ਵਾਸਤੇ ਸਾਰਾ ਰਾਸ਼ਨ ਪਾਣੀ ਘਾਹ ਦਾਣਾ ਲੈ ਆਂਦਾ ਹੈ ਜੀ। ਬੰਧਨ ਕਰ ਗੁਰ ਕੀ ਡਿਗ ਵੈਸੇ, ਕਰ ਕੋ ਜੋਰ ਭਨੇ ਅਜੈਸੇ। ਔਰ ਆ ਕੇ ਜਿਹੜੇ ਨਗਰ ਨਿਵਾਸੀ ਹੈ, ਮੋਹਤਵਾਰ ਬੰਦੇ, ਸਤਿਗੁਰਾਂ ਦੇ ਹਜ਼ੂਰੀ ਵਿੱਚ ਮੱਥਾ ਟੇਕ ਕੇ ਬੈਠ ਗਏ ਜੀ। ਕੀਰਤਕ ਦੇਗ ਸਮੀਪ ਕਰਵਾਹੋ, ਕੀਰਤਕ ਸਿੱਖਨ ਸਦਨ ਪਠਾਓ। ਔਰ ਕੁਝ ਸਿੱਖਾਂ ਦਾ ਲੰਗਰ ਆਪਣੇ ਪਾਸ ਕਰਵਾਇਆ ਸਤਿਗੁਰਾਂ ਨੇ। ਕਈ ਸਿੱਖਾਂ ਨੂੰ ਪਿੰਡ ਦੇ ਵਿੱਚ ਘਰਾਂ 'ਚ ਭੇਜ ਦਿੱਤਾ ਹੈ। ਘਰ ਘਰ ਮੇ ਇੱਕ ਸਿੱਖ ਜਾਏ, ਤ੍ਰਿਪਤੀ ਕਰ ਭੋਜਨ ਪੁਨ ਜਾਏ। ਤੇ ਨਗਰ ਨਿਵਾਸੀ ਫਿਰ ਕਹਿੰਦੇ ਆਪਣੇ ਘਰੇ ਇੱਕ ਇੱਕ ਸਿੰਘ ਨੂੰ ਲਿਜਾ ਕੇ ਭੋਜਨ ਛਕਾਉਂਦੇ ਆ। ਬੜਾ ਸੌਖਾ ਕੰਮ ਹੈ ਨਾ, ਇੱਕ ਨੂੰ ਭੋਜਨ ਛਕਾਉਣਾ ਬਹੁਤਾ ਔਖਾ ਨਹੀਂ, ਇਕੱਲੇ ਨੂੰ ਸਾਰਿਆਂ ਨੂੰ ਛਕਾਉਣਾ ਪਈ ਥੋੜਾ ਦਿੱਕਤ ਵੱਧ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਮਾਂ ਵੇਖਦੇ ਆ। ਤਾਂ ਬਹਿਬਲ ਨਗਰ ਦੇ ਸਿੱਖਾਂ ਨੂੰ, ਪਿੰਡ ਵਾਲਿਆਂ ਨੂੰ ਕਿਹਾ ਵੀ ਇੱਕ ਇੱਕ ਸਿੰਘ ਨੂੰ ਲੈ ਜਾਓ ਤੇ ਪ੍ਰਸ਼ਾਦਾ ਛਕਾ ਲਿਆਓ। ਜੇ ਸਿੱਖ ਸੁਚ ਸੋ ਕਰੇ ਆਹਾਰਾ, ਸੋਨੇ ਗਮਣੇ ਕਿਸੂ ਅਗਾਰਾ। ਤੇ ਭਾਈ ਜਿਸ ਨੇ ਮੇਰੇ ਕੋਲੇ ਪ੍ਰਸ਼ਾਦਾ ਛਕਣਾ ਉਹ ਇੱਥੇ ਛਕ ਲਓ, ਤੇ ਬਾਕੀ ਸਿੰਘ ਇਹ ਨਗਰ ਨਿਵਾਸੀਆਂ ਨਾਲ ਚਲੇ ਜਾਓ। ਨਿਕਟ ਗੁਰੂ ਕੇ ਸੋ ਤ੍ਰਿਪਤਾਏ, ਅਪਰ ਸਰਬ ਕਰ ਤਿਨੋ ਸਿਧਾਏ। ਤਾਂ ਕੁਝ ਸਿੰਘ ਗੁਰੂ ਸਾਹਿਬ ਕੋਲ ਬੈਠੇ ਰਹੇ, ਤੇ ਬਾਕੀ ਦੇ ਸਿੰਘਾਂ ਨੂੰ, ਨਗਰ ਨਿਵਾਸੀ ਇੱਕ ਇੱਕ ਸਿੰਘ ਨੂੰ ਆਪਣੇ ਘਰੇ ਲਿਜਾ ਕੇ
ਪ੍ਰਸ਼ਾਦਾ ਛਕਾਉਂਦੇ ਹਨ। एक एक सिख एक कर गियो जाए सकल भोजन तह कियो। ਤੋ ਸਾਰੇ ਨਗਰ ਨਿਵਾਸੀ ਇੱਕ ਇੱਕ ਸਿੰਘ ਨੂੰ ਘਰੇ ਲੈ ਗਏ ਔਰ ਲਿਜਾ ਕਰਕੇ ਸਭ ਨੇ ਭੋਜਨ ਛਕਾਉਣਾ ਕੀਤਾ। ਆਨੰਦਪੁਰ ਸਾਹਿਬ ਜਦ ਵੱਡਾ ਸਮਾਗਮ ਹੁੰਦਾ ਸੀ ਤੇ ਨਗਰ ਨਿਵਾਸੀ ਘਰੋਂ ਘਰੀ ਲੰਗਰ ਬਣਾਉਂਦੇ ਆਪੋ ਆਪਣੇ ਘਰਾਂ 'ਚ। ਤਾਂ ਕੀ ਹੋਇਆ, एक तन ते धृति महा करन हर सो पइए कहा। ਹੁਣ ਜਦੋਂ ਗੁਰੂ ਕੋਈ ਸੇਵਾ ਬਖਸ਼ੇ ਨਾ, ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ, ਹਰੇਕ ਚਾਹੁੰਦਾ ਯਾਰ ਗੁਰੂ ਦਾ ਬਚਨ ਕਿਤੇ ਮੈਂ ਵੀ ਕਮਾ ਲਾਂ। ਤੇ ਇੱਕ ਬਹੁਤਾ ਹੀ ਗਰੀਬ ਸਿੱਖ, ਘਰ ਦੇ ਵਿੱਚ ਬੜੀ ਗਰੀਬੀ, ਉਹਨੇ ਸੋਚਿਆ ਵੀ ਯਾਰ ਮੈਂ ਵੀ ਇੱਕ ਸਿੱਖ ਨੂੰ ਲੈ ਜਾਂਦਾ ਜੇ ਮਹਾਰਾਜ ਭੇਜ ਦਿੰਦੇ। कहो शरीकन जित कितल्यावो एक सिख को ले तृप्तावो। ਤੋ ਸ਼ਰੀਕਾਂ ਨੇ ਵੀ ਕਿਹਾ, ਪਰਿਵਾਰ ਦੂਜੇ ਨੇ, ਜਿਵੇਂ ਕਿਵੇਂ ਇੱਕ ਸਿੱਖ ਨੂੰ ਤੂੰ ਵੀ ਲੈ ਆ ਭਾਈ, ਅਸੀਂ ਵੀ ਲੈ ਕੇ ਜਾਣੇ ਆ। सो सिख ले सिख को कर गियो निज बासन तर कर थिर पियो। ਉਹ ਜਿਹੜਾ ਵਿਚਾਰਾ ਗਰੀਬ ਸਿੱਖ ਸੀ ਉਹਨੇ ਵੀ ਪਾਤਸ਼ਾਹ ਨੂੰ ਬੇਨਤੀ ਕੀਤੀ, ਕਹਿੰਦੇ ਜੀ ਇੱਕ ਸਿੰਘ ਨੂੰ ਮੇਰੇ ਨਾਲ ਭੇਜ ਦਿਓ। ਕਹਿੰਦੇ ਜਾ ਬਈ ਸਿੰਘਾ। ਤਾਂ ਸਤਿਗੁਰਾਂ ਨੇ ਇਹਦੇ ਨਾਲ ਪਾਤਸ਼ਾਹ ਜੀ ਨੇ ਮੈਲਾਗਰ ਸਿੰਘ ਨਾਮ ਜਥੇਦਾਰ ਜਿਹੜਾ ਇੱਥੋਂ ਝੋਟਾ ਲੈ ਕੇ ਆਇਆ ਗੁਰੂ ਪਿਆਰੂ ਨੱਤ ਬਗੇਰਾਂ ਤੋਂ, ਬਠਿੰਡੇ ਵਾਲਾ, ਉਹ ਮੈਲਾਗਰ ਸਿੰਘ ਜਥੇਦਾਰ ਸੀ ਜਿਹੜਾ, ਉਸ ਨੂੰ ਉਹ ਗਰੀਬ ਸਿੱਖ ਨਾਲ ਭੇਜਤਾ। ਕਹਿੰਦੇ ਤੂੰ ਜਾ ਇਹਦੇ ਨਾਲ। ऊपर ते उतार निज खीस धरे बिछायो भाव विशेष। ਅੰਦਰ ਸ਼ਰਧਾ ਭਾਵਨਾ ਬਹੁਤ ਹੈ, ਦੂਜੇ ਪੱਖੋਂ ਭਾਵੇਂ ਗਰੀਬੀ ਆ। ਇਹਨੇ ਘਰੇ ਲਿਜਾ ਕੇ ਇੱਕ ਨਵਾਂ ਖੇਸ ਕੱਢਿਆ ਔਰ ਥੱਲੇ ਵਿਛਾਇਆ ਬੈਠਣ ਦੇ ਲਈ। बैठ सिख के चरण बखारे आने पीलू शुष्क आहारे। ਹੁਣ ਉਹਨਾਂ ਸਮਿਆਂ ਵਿੱਚ ਇਹ ਜੰਗਲ ਦਾ ਇਲਾਕਾ ਸੀਗਾ, ਜਿਹੜੀਆਂ ਮੀਂਹ ਤੇ ਕੋਈ ਫਸਲਾਂ ਮੋਠ ਬਾਜਰੀ ਵਗੈਰਾ ਹੁੰਦੀਆਂ ਸੀ, ਜਾਂ ਕਰੀਰਾਂ ਦੇ ਡੇਲੇ ਜਾਂ ਬਣਾ ਦੇ ਪੀਲੂ, ਇਹ ਲੋਕ ਖਾ ਕੇ ਸਮਾਂ ਲੰਘਾਉਂਦੇ ਸੀ ਗਰੀਬ ਵਿਚਾਰੇ। ਤਾਂ ਇਹਨੇ ਘਰ ਵਿੱਚ ਪੀਲੂ ਰੱਖੇ ਹੋਏ ਸੀ ਇਕੱਠੇ ਕਰਕੇ, ਜਦੋਂ ਭੁੱਖ ਲੱਗਦੀ ਉਹ ਛਕ ਲੈਂਦੇ ਸੀ। ਤਾਂ ਇਸ ਨੇ ਭਾਈ ਮੈਲਾਗਰ ਸਿੰਘ ਨੂੰ, ਇਹ ਸਿੱਖ ਨੂੰ ਪਹਿਲਾਂ ਖੇਸ ਤੇ ਬਿਠਾਇਆ, ਫਿਰ ਉਹਨਾਂ ਦੇ ਚਰਨ ਧੋਤੇ ਆ, ਬੱਠਲ ਬਰਾਂਤ ਆਦਿ ਕੋਈ ਰੱਖ ਕੇ ਹੱਥ ਮੂੰਹ ਧਵਾਇਆ ਉਹਨਾਂ ਦਾ। ਔਰ ਫਿਰ ਪੀਲੂ ਜਿਹੜੇ ਭਿੱਜੇ ਹੋਏ ਸੀ, ਜਿਵੇਂ ਛੋਲਿਆਂ ਦੇ ਦਾਣੇ ਭਿਉਂ ਕੇ ਰੱਖੀਏ ਤੇ ਖਾਣੇ ਸੌਖੇ ਆ, ਤੋ ਇਸ ਤਰ੍ਹਾਂ ਪੀਲੂ ਭਿੱਜੇ ਹੋਏ ਇਹਨਾਂ ਨੂੰ ਛਕਣ ਲਈ ਦਿੱਤੇ ਹਨ। नीर भगोए नर्म बहु करे सिख ने सिख के आगे धरे। ਔਰ ਬੜੀ ਸ਼ਰਧਾ ਭਾਵਨਾ ਨਾਲ ਇਸ ਨੇ ਬਰਤਨ ਵਿੱਚ ਪਾ ਕੇ ਉਹ ਪੀਲੂ ਮੂਹਰੇ ਰੱਖੇ ਛਕਣ ਦੇ ਲਈ। आए चूल्हा पड़ कर अरदास चले आयो सतगुर के पास। ਔਰ ਜਲ ਦਾ ਗਲਾਸ ਰੱਖਿਆ ਹੈ ਤੇ ਅਰਦਾਸ ਤਾਂ ਸਿੱਖ ਨੇ ਉਵੇਂ ਹੀ ਕਰਨੀ ਆ ਨਾ, ਭੋਜਨ ਛਕ ਕੇ ਅੰਨ ਪਾਣੀ ਗੁਰੂ ਕਾ ਟਹਿਲ ਸਿੱਖਾਂ ਸੇਵਕਾਂ ਦੀ ਛਕੇ ਸੋ ਤੇਰਾ ਨਾਮ ਜਪੇ ਅੜੇ ਸੋ ਝੜੇ ਸ਼ਨ ਪਰਿਸਤਰੇ ਕਾਰ ਸਤਿਗੁਰੂ ਨਾਨਕ ਦੇਵ ਰਾਸ ਕਰੇ। ਤੋ ਚੂਲਾ ਇਸ ਨੇ ਕੀਤਾ, ਭਾਵ ਜਿੰਨੇ ਉਹਨੇ ਰੱਖੇ ਸੀ ਉਹ ਛਕ ਲਏ ਇਸ ਨੇ। ਛਕਣ ਤੋਂ ਬਾਅਦ ਹੱਥ ਧੋਤੇ, ਕੁਰਲਾ ਕੀਤਾ ਹੈ ਔਰ ਅਰਦਾਸਾ ਕੀਤਾ ਹੈ ਤੇ गए बचायो संग सिख हो सिख ने करियो हटावन सो। ਤੇ ਉਹ ਸਿੱਖ ਮਹਿਮਾਨ ਸਿੱਖ ਨੂੰ ਗੁਰੂ ਜੀ ਪਾਸ ਛੱਡਣ ਵਾਸਤੇ ਜਦੋਂ ਜਾਣ ਲੱਗਿਆ, जब सब आए मिले गुर तीरा भोजन कीने गुणी गहीरा। ਸਤਿਗੁਰੂ ਸਾਰੇ ਸਿੰਘਾਂ ਨੂੰ ਪੁੱਛਦੇ ਹਨ, ਬਈ ਕੀ ਕੋ ਛਕ ਕੇ ਆਇਓ? ਸਿੰਘਾਂ ਨੂੰ, ਨਗਰ ਨਿਵਾਸੀਆਂ, ਤੈਨੂੰ ਕੀ ਸਿਖਾਇਆ ਬਈ? ਮਹਾਰਾਜ ਭੋਜਨ ਬਹੁਤ ਵਧੀਆ ਛਕਾਇਆ। ਤੂੰ ਕੀ ਛਕਿਆ? ਕਈਆਂ ਨੇ ਤਾਂ ਸਬਜ਼ੀਆਂ ਦੇ ਨਾਂ ਲਏ ਤੇ ਹੋਣੇ ਆ। ਤੇ ਇਸ ਤਰ੍ਹਾਂ ਪਾਤਸ਼ਾਹ ਸਾਰਿਆਂ ਨੂੰ ਪੁੱਛਦੇ ਨੇ, ਕੀ ਪੁੱਛਦੇ ਆ? कहाँ कहाँ भोजन तुम खायो अपनो अपनो देहो बतायो। ਹਾਂ ਦੱਸੋ ਬਈ ਕੀ ਕੋ ਛਕ ਕੇ ਆਇਓ? ਪਹਿਲੇ ਨੂੰ ਪੁੱਛਿਆ को कहे रोट का छाछी को बोलियो खिचड़ी दद आछी। ਕੋਈ ਕਹਿੰਦਾ ਜੀ ਰੋਟੀਆਂ ਸੀ ਬਾਜਰੇ ਦੀਆਂ, ਨਾਲ ਸੀ ਲੱਸੀ ਦਾ ਚ ਸਾਗ। ਤੇ ਦੂਜੇ ਨੇ ਪੁੱਛਿਆ ਵੀ ਤੂੰ? ਮਹਾਰਾਜ ਜੀ ਮੈਨੂੰ ਇਹ ਸਿੰਘ ਨੇ ਖਿਚੜੀ ਖਵਾਈ ਹੈ। को पाइस को कैथा पाई जबकि दौड़ किनो अचलई। ਕੋਈ ਕਹਿੰਦਾ ਜੀ ਖੀਰ ਬਣਾਈ ਸੀ ਤੇ ਕੋਈ ਕਹਿੰਦਾ ਜੀ ਦਹੀਂ ਨਾਲ ਪ੍ਰਸ਼ਾਦਾ ਛਕਾਇਆ ਹੈ। इतिहास सब कीन बतावना करियो जाए जस जस कर खावना। ਕੋਈ ਕਹਿੰਦਾ ਜਿਉਆਂ ਦੀ ਦੌੜ, ਤੁਸੀਂ ਤਾਂ ਚੱਕੀਆਂ ਨਾਲ ਪੀਸਦੇ ਹੋ ਨਾ, ਤੇ ਜਿਉਂ ਬੜੇ ਠੰਡੇ ਹੁੰਦੇ ਆ, ਚੱਕੀ ਵਿੱਚ ਪੀਸਤੇ ਗਰਮ ਹੋ ਜਾਂਦੇ ਆ, ਇਸ ਕਰਕੇ ਬੀਬੀਆਂ ਘਰਾਂ ਵਿੱਚ ਉਖਲੀਆਂ ਵਿੱਚ ਮੂੰਗਲੀਆਂ ਨਾਲ ਕੁੱਟ ਕੇ ਬਣਾਉਂਦੀਆਂ ਸੀ ਜਿਉਆਂ ਦੀ ਦੌੜ। ਭਾ ਮੋਟਾ ਆਟਾ ਰਹਿ ਜਾਂਦਾ ਨਾ, ਚੱਕੀ ਤਾਂ ਬਹੁਤ ਬਰੀਕ ਕਰਦੀ ਆ, ਤਾਂ ਮੋਟਾ ਸੀ, ਤਾਂ ਉਸ ਨੂੰ ਜਿਉਆਂ ਦੀ ਦੌੜ ਕਹਿੰਦੇ ਆ। ਮੋਟੀ ਰੋਟੀ ਇਹ ਬਣਾ ਕੇ ਸਾਡੇ ਨਗਰ ਨਿਵਾਸੀ ਉਦੋਂ ਛਕਿਆ ਕਰਦੇ, ਜੰਗਲਾਂ ਵਾਲੇ, ਇਹ ਨਗਰਾਂ ਵਾਲੇ। ਤੇ ਵੈਸੇ ਭੋਜਨ ਹੁੰਦੇ ਵੀ ਬੜੇ ਪੌਸ਼ਟਿਕ ਸੀਗੇ।
ਗੁੜ ਦਾ ਡਲਾ ਤੇ ਨਾਲ ਦੁੱਧ ਪੀਣ ਵਾਲਾ ਗਲਾਸ ਭਰ ਕੇ ਤੇ ਭੁੱਖ ਮਰ ਜਾਣੀ। ਤਾਂ ਖੈਰ ਸਾਰਿਆਂ ਨੂੰ ਪੁੱਛਿਆ, ਕੋਈ ਕਹਿੰਦਾ ਜੀ ਆਹ ਛਕਿਆ ਹੈ, ਕੋਈ ਕਹਿੰਦਾ ਜੀ ਆਹ ਛਕਿਆ ਹੈ। ਮਲਾਗਰ ਸਿੰਘ ਭੋਜਨ ਕੀਨਾ ਤੇ ਕਿਆ ਚਿਓ ਕਾ ਸਿਕ ਦੀਨਾ। ਜਦੋਂ ਸਾਰਿਆਂ ਨੇ ਦੱਸਦਾ ਤੇ ਆ ਗਈ ਮਲਾਗਰ ਸਿੰਘ ਦੀ ਵਾਰੀ। ਹਾਂ ਵੀ ਮਲਾਗਰ ਸਿਆ, ਤੂੰ ਕੀ ਛਕ ਕੇ ਆਇਆ ਹੈ? ਸੁਨ ਕਰ ਜੋਰ ਕਹਿਓ ਮੈਨੀ ਕਾ ਭੋਜਨ ਛਕਿਓ ਭਉ ਪਿਕ ਜੀ ਕਾ। ਮਹਾਰਾਜ ਮੈਂ ਤਾਂ ਇਹਦੀ ਸ਼ਰਧਾ ਭਾਣ ਬਣਿਆ, ਜਿਹੜਾ ਭੋਜਨ ਛਕਿਆ ਨਾ ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨਾ ਸਵਾਦ ਸੀ। ਸਾਗਰੀ ਉਮਰ ਨਹੀਂ ਅਸ ਖਾਇਓ ਆਜ ਜਥਾ ਸਿਕ ਨੇ ਅਚਵਾਇਓ। ਜਿਹੜਾ ਅੱਜ ਭੋਜਨ ਖਾਦਾ, ਹੁਣ ਜੇ ਤਾਂ ਉਵੇਂ ਕਹਿੰਦਾ ਜੀ ਮੈਨੂੰ ਪੀਲੂ ਖਵਾਏ ਤੇ ਪਾਣੀ ਪਿਆਇਆ ਤੇ ਫਿਰ ਸਿੱਖ ਦੀ ਵੀ ਬੇਅਦਬੀ ਸੀ ਯਾਰ। ਹੈ ਦੱਸ ਲੈ, ਛੋਲੇ ਖਵਾ ਕੇ ਮੋੜਤਾ, ਪੀਲੂ ਖਵਾ ਕੇ ਮੋੜਤਾ। ਧਿਆਨ ਦਿਓ ਇੱਧਰ। ਤਾਂ ਗੁਰੂ ਪਿਆਰਿਓ, ਪਰ ਮਲਾਗਰ ਸਿੰਘ ਨੇ ਸਿੱਖ ਦੀ ਭਾਵਨਾ ਵੇਖੀ ਆ, ਉਹਨੇ ਭੋਜਨ ਨਹੀਂ ਦੇਖਿਆ ਵੀ ਕੀ ਰੱਖਿਆ ਮੂਹਰੇ। ਵਾਕਿਆ ਵੇਖਣੀ ਭਾਵਨਾ ਹੀ ਚਾਹੀਦੀ ਆ ਸਿੱਖ ਨੂੰ। ਤਾਂ ਮਲਾਗਰ ਸਿੰਘ ਕਹਿਣ ਲੱਗਿਆ ਜੀ ਜਿਹੜਾ ਕੁਝ ਆ ਸਿੰਘ ਨੇ ਮੈਨੂੰ ਛਕਾਇਆ ਨਾ, ਮੈਂ ਜ਼ਿੰਦਗੀ 'ਚ ਕਦੇ ਨਹੀਂ ਛਕਿਆ। ਜਨ ਤਾਹ ਸੁਣਤ ਬਿਸਮਾਏ ਤਿਸ ਕਰ ਕੁਛ ਨ ਕਿਆ ਇਨ ਖਾਏ। ਜੋ ਦੂਜੇ ਛੱਡਣ ਵਾਲੇ ਵੀ ਨਾਲ ਆਏ ਸੀਗੇ, ਉਹ ਬੈਠੇ ਸੁਣੀ ਜਾਂਦੀ ਆ ਗੱਲਾਂ। ਉਹ ਕਹਿੰਦੇ ਇਹ ਗਰੀਬ ਦੇ ਘਰੇ ਕੀ ਸੀਗਾ ਇਹੋ ਜਿਹਾ ਵੀ ਇਹਦਾ ਮਲਾਗਰ ਸਿੰਘ ਨੂੰ ਖਵਾਤਾ। ਤੇ ਮਲਾਗਰ ਸਿੰਘ ਕਹਿੰਦਾ ਕਿ ਅੱਜ ਮੈਂ ਜਿਹੜਾ ਭੋਜਨ ਖਾਧਾ ਇਹੋ ਜਿਹਾ ਕਦੇ ਖਾਧਾ ਹੀ ਨਹੀਂ। ਕਹੋ ਸਤਨਾਮ। ਤੇ ਪਿੰਡ ਵਾਲੇ ਕਹਿੰਦੇ ਯਾਰ ਹੈ ਤਾਂ ਬੰਦਾ ਇਹ ਗਰੀਬ ਜਿਹਾ ਵਿਚਾਰਾ, ਇਹਨੇ ਕੀ ਖਵਾਤਾ ਇਹੋ ਜਿਹਾ। ਆਕੇ ਪਰ ਫਾਕਾ ਤਿਸ ਹੋਏ ਕਿਤ ਤੇ ਆਣਾ ਚਾਹਿਓ ਤੋਹੇ। ਇਹ ਤਾਂ ਆਪ ਤਾਂ ਭੁੱਖਾ ਰਹਿੰਦਾ, ਫਾਕੇ ਤੇ ਫਾਕਾ। ਤੜਕੇ ਖਾਲੀ ਹੱਥ ਨੇ ਨਾ ਮਿਲੀ, ਹੱਥ ਨੇ ਖਾਲੀ ਤੜਕੇ ਨਾ ਮਿਲੀ। ਫਾਕਾ ਹੁੰਦਾ ਇੱਕ ਦੰਦ ਮਿਲਣੀ ਨਾ, ਇਹਦੇ ਕਿਰਤਾ ਫਾਕੇ ਤੇ ਫਾਕਾ ਰਹਿੰਦਾ। ਇਹਨੇ ਇਹਨੂੰ ਕੀ ਖਵਾਤਾ। ਗੁਰੂ ਕਹਿਓ ਸਿੱਖ ਲਿਓ ਹਕਾਰੇ ਬੂਝੇ ਤੇ ਕਿਆ ਦੀਨ ਆਹਾਰੇ। ਪਾਤਸ਼ਾਹ ਕਹਿੰਦੇ ਕਿਹਦੇ ਨਾਲ ਗਿਆ ਸੀਗਾ ਜੀ? ਉਹਦੇ ਨਾਲ ਗਿਆ ਸੀ। ਬੁਲਾਓ ਰੇ ਉਹਨੂੰ। ਸਿੱਖ ਨੂੰ ਕੋਲੇ ਬੁਲਾਇਆ ਜਿਹੜਾ ਲੈ ਕੇ ਗਿਆ ਸੀ। ਰਾਹਕ ਤੈ ਲਿਆਏ ਬੁਲਾਏ ਪੁੱਛੋ ਗੁਰ ਤੇ ਕਹਾ ਖਵਾਏ। ਪਾਤਸ਼ਾਹ ਕਹਿੰਦੇ ਉਹ ਸਿੱਖਾ ਤੂੰ ਇਹੋ ਜੀ ਕਿਹੜੀ ਵਸਤੂ ਖਵਾਈ ਸਾਡੇ ਸਿੰਘ ਨੂੰ ਜਿਹੜਾ ਸਿਫਤਾਂ ਹੀ ਕਰੀ ਜਾਂਦਾ ਵੀ ਜੀ ਇਹੋ ਜਿਹਾ ਕਦੇ ਖਾਦਾ ਹੀ ਨਹੀਂ ਮੈਂ। ਹੱਥ ਜੋਰ ਹੋਏ ਨਰਮ ਬਖਾਨੀ ਦੀਨ ਕਟੋਰਾ ਮੈਂ ਪਰਬਾਨੀ। ਮਹਾਰਾਜ ਮੈਂ ਕੀ ਛਕਾ ਸਕਦਾ, ਮੈਂ ਤਾਂ ਹੱਥ ਮੂੰਹ ਧਵਾ ਕੇ ਜਲ ਛਕਾਇਆ। ਵੈਸੇ ਆਪਣਾ ਸਿੰਘਾਂ ਦਾ ਬੋਲਾ ਵੀ ਆਓ ਜੀ ਜਲ ਪਾਣੀ ਛਕ ਲਓ, ਭਾਵੇਂ ਘਰੇ ਖੀਰ ਕੜਾਹ ਕੁਛ ਵੀ ਬਣਿਆ ਹੋਵੇ ਤਾਂ ਸਾਡਾ ਬੋਲਿਆ ਜੀ ਜਲ ਪਾਣੀ ਛਕ ਲਓ। ਕਹਿੰਦੇ ਜੀ ਮੈਂ ਕੀ ਛਕਾਉਣ ਜੋਗਾ, ਮੈਂ ਤਾਂ ਕਟੋਰਾ ਜਲ ਦਾ ਭਰ ਕੇ ਛਕਾਇਆ। ਸੋਪੀ ਕਰ ਸਿਕੋਟੇ ਤੇ ਆਇਓ ਤੋ ਦਰੇਤੀ ਨੈ ਕਛ ਪਾਇਓ। ਪਰ ਧੰਨ ਹੈ ਤੁਸੀਂ ਤੇ ਤੁਹਾਨ ਹੈ ਤੁਹਾਡੇ ਸਿੰਘ, ਇਹਨੇ ਮੇਰੀ ਗਰੀਬੀ ਨਹੀਂ ਦੇਖੀ। ਜੋ ਮੈਂ ਛਕਾਇਆ ਉਹ ਛਕ ਕੇ ਆ ਗਿਆ। ਕਰਿਓ ਹੁਕਮ ਸੱਚ ਕਹਿ ਨਾ ਕਹੈ ਤ੍ਰਿਪਤਾ ਪਿਓ ਸਿੱਖ ਜਿਵੇਂ ਤੇ ਚਾਹੈ। ਹੁਣ ਜਾਨੀ ਜਾਣ ਸਤਿਗੁਰੂ ਸਭ ਜਾਣਦੇ ਐ, ਪਰ ਗਰੀਬ ਦੀ ਲਾਜ ਗਰੀਬ ਨਵਾਜ ਇਸੇ ਨੂੰ ਕਹਿੰਦੇ ਆ। ਕਹੋ ਸਤਨਾਮ ਸ੍ਰੀ। ਜਾਣਦੇ ਸਭ ਕੁਝ ਹੈ, ਪਰ ਕਹਿੰਦੇ ਓਏ ਤੂੰ ਸੱਚ ਨਹੀਂ ਦੱਸਦਾ ਖਵਾਇਆ ਕੀ ਹੈ। ਤੂੰ ਦੱਸਦਾ ਕਿਉਂ ਨਹੀਂ ਗਾ? ਤੂੰ ਕਹਿੰਦਾ ਕੱਲਾ ਪਾਣੀ ਪਿਆਇਆ, ਦੱਸ ਕੀ ਖਵਾਇਆ ਸਾਡੇ ਸਿੱਖ ਨੂੰ? ਤੂੰ ਇਹੋ ਜੀ ਕਿਹੜੀ ਵਸਤੂ ਖਵਾਦੀ ਜਿਹੜੀ ਇਹਨੇ ਕਦੇ ਖਾਧੀ ਨਹੀਂ? ਸਿੱਖ ਨੇ ਸਾਚ ਕਹਿਓ ਤਿਸ ਬੇਰੀ ਹੁੰਦੀ ਕੂਕੜਾ ਪੀਲਣ ਕੇਰੀ। ਕੋਕੜਾ ਹੁੰਦੇ ਆ ਸਖਤ ਸੁੱਕੇ ਹੋਏ ਪੁਰਾਣੇ, ਜਿਵੇਂ ਬੇਰ ਸੁੱਕੇ ਵੀ ਵੇਚੀ ਜਾਂਦੇ ਰੇਹੜੀਆਂ ਤੇ ਨਾ, ਉਹ ਇਕੱਠੇ ਜੇ ਹੋ ਜਾਂਦੇ ਆ ਜਿਹੜੇ ਬੇਰ। ਕਹਿੰਦੇ ਜੀ ਤੁਸੀਂ ਨਹੀਂ ਹਟਦੇ ਪੁੱਛੇ ਬਿਨਾ। ਕਹਿੰਦੇ ਨਾ ਦੱਸ। ਕਹਿੰਦੇ ਜੀ ਇਸ ਨੇ ਪੀਲੂ ਖਵਾਏ ਆ ਸੁੱਕੇ ਹੋਏ ਪਾਣੀ 'ਚ ਗਿੱਲੇ ਕਰਕੇ। ਗੁਰੂ ਕਹਿਓ ਸਿੱਖੀ ਧਨ ਧਨ ਦੇਖ ਭਾਵ ਕੋ ਭਈ ਪ੍ਰਸੰਨ। ਇਹਨੂੰ ਕਹਿੰਦੀ ਆ ਧਨ ਸਿੱਖੀ, ਕਿ ਸਿੱਖ ਸਿੱਖ ਦੀ ਭਾਵਨਾ ਦੇਖੇ, ਸਿੱਖ ਸਿੱਖ ਦੇ ਭੋਜਨ ਵੱਲ ਨਜ਼ਰ ਨਾ ਮਾਰੇ ਵੀ ਕੀ ਖਵਾਇਆ ਤੇ ਕੀ ਨਹੀਂ ਖਵਾਇਆ। ਜੇ ਸਾਨੂੰ ਵੀ ਕੋਈ ਲੈ ਜੇ ਸਿੰਘਾ ਕਿਸੇ ਦੇ ਘਰੇ ਪ੍ਰਸ਼ਾਦਾ ਛਕਣ ਨੂੰ, ਤੇ ਸਾਨੂੰ ਉੱਥੇ ਜੋ ਛਕਾਇਆ ਸਤ ਬਚਨ ਕਹਿ ਕੇ ਛਕ ਕੇ ਤੇ ਅਰਦਾਸਾ ਕਰਨਾ ਅੰਨ ਪਾਣੀ ਗੁਰੂ ਕਾ ਟਹਿਲ ਸਿੱਖਾਂ ਸੇਵਕਾਂ ਦੀ। ਆਖਰੀ ਪੰਕਤੀਆਂ ਵਿੱਚ ਬਾਬਾ ਜੀ ਕਹਿ ਰਹੇ ਹਨ, ਕਹਿੰਦੇ ਧੰਨ ਹੈ ਸਿੱਖੀ ਜਿਸ ਨੇ ਪ੍ਰੇਮ ਦੇ ਨਾਲ ਛਕਿਆ। ਸਖੀ ਦੇ ਸੰਤੋਖੀ ਖਾਏ। ਪੁਰਾਣੇ ਬਜ਼ੁਰਗ ਭੋਜਨ ਛਕ ਕੇ ਕਹਿੰਦੇ ਹੁੰਦੇ ਸੀ ਇਹ ਦੋਹਰਾ, ਸਖੀ ਦੇ ਸੰਤੋਖੀ ਖਾਏ ਤਿਸ ਕੀ ਬਾਸ਼ਨਾ ਤੀਨ ਲੋਕ ਕੋ ਜਾਏ। ਕੋ ਸਤਨਾਮ। ਭਾਵ ਉਹ ਜਿਹੜੀ ਸੇਵਾ ਤਿੰਨਾਂ ਲੋਕਾਂ ਦੇ ਵਿੱਚ ਡੰਕੇ ਵੱਜ ਜਾਂਦੇ ਹੈ। ਪ੍ਰੇਮ ਨਾਲ ਛਕਾਵੇ ਤੇ
ਸੰਤੋਖ ਨਾਲ ਛਕੇ। ਅਸ ਸਿੱਖ ਪੀ ਵਿੱਚ ਪੰਥ ਸੁਹਾਏ, ਸਤੀ ਦੇ ਸੰਤੋਖੀ ਖਾਏ। ਇਹ ਵੀ ਭਾਈ ਸਾਹਿਬ ਨੇ ਇੱਥੇ ਲਿਖਿਆ ਹੈ ਕਿ ਸਤੀ ਦੇ ਸੰਤੋਖੀ ਖਾਏ। ਇਹੋ ਜਿਹੇ ਵੀ ਸਿੱਖ ਮੇਰੇ ਪੰਥ ਵਿੱਚ ਹੋਣੇ ਚਾਹੀਦੇ ਆ। ਸਿੱਖ ਡਿਗ ਹੋਇਆ ਚਵਾਏ ਨਾਹੀ, ਤੋ ਦੁਖਣ ਜਾਣੋ ਤਿਸ ਮਾਹੀ। ਸਿੱਖ ਛਕਾਉਣ ਲੱਗਿਆ ਘੋਲ ਕਰਦੇ ਵੀ ਆ ਤਾਂ ਜਰ ਵਧੀਆ ਚੀਜ਼ ਆ, ਇਹ ਤਾਂ ਨਹੀਂ ਦਿੰਦੇ ਸਿੰਘਾਂ ਨੂੰ, ਆਪਾਂ ਖਾਵਾਂਗੇ। ਕਹੋ ਸਤਿਨਾਮ। ਫਿਰ ਉਹ ਵੀ ਮਾੜੀ ਗੱਲ ਆ। ਘਰੇ ਹੋਵੇ ਤੇ ਖਵਾਵੇ ਨਾ, ਫਿਰ ਘਰੇ ਕਹਿੰਦੇ ਦਲਿਦਰੀ ਆ ਜਾਂਦੀ ਆ। ਖਵਾਉਣਾ ਚਾਹੀਦਾ ਜੋ ਹੋਵੇ। ਤਨ ਸਿੱਖ ਤੇ ਜਾਚੇ ਨੀਕਾ, ਦੋਸ਼ ਲਕੋ ਚਵਾਵੇ ਤਿਸ ਹੀ ਕਾ। ਜਿਹੜਾ ਛਕਣ ਗਿਆ ਹੈ ਉਹ ਆਪਦੀ ਮਰਜ਼ੀ ਨਾਲ ਵਧੀਆ ਵਸਤੂ ਮੰਗੇ, ਇਹ ਉਹਦੀ ਵੀ ਗਲਤੀ ਆ। ਕਹੋ ਸਤਿਨਾਮ। ਜਿਹੋ ਜਿਹਾ ਉਹਦੇ ਘਰ ਵਿੱਚ ਹੈ ਨਾ, ਕਈ ਵਾਰੀ ਆਪਾਂ ਨਾ ਪ੍ਰਸ਼ਾਦਾ ਛਕਦੇ ਦੁਬਾਰੇ ਸਬਜ਼ੀ ਨਹੀਂ ਮੰਗਣੀ ਚਾਹੀਦੀ, ਕਈ ਵਾਰੀ ਹੁੰਦੇ ਨਹੀਂ ਪਤੀਲੇ 'ਚ। ਕਹੋ ਸਤਿਨਾਮ। ਲਾਜ ਰੱਖਣੀ ਚਾਹੀਦੀ ਆ। ਜੇ ਥੋੜੀ ਮਿਲੀ ਆ ਥੋੜੀ ਨਾਲ ਹੀ ਛਕ ਲਓ। ਜੇ ਉਹਨੇ 4 ਮਿਰਚਾਂ ਧਰਤੀਆਂ, ਹੋ ਸਕਦਾ ਅੰਬ ਨਾ ਹੋਵੇ, ਭੈਣ ਜੀ ਥੋੜਾ ਜਿਹਾ ਅੰਬ ਦੀ ਫਾੜੀ ਦੇ ਦਿਓ। ਫਿਰ ਜੇ ਉਹਨੂੰ ਕਹਿਣਾ ਪੈ ਗਿਆ ਬਾਬਾ ਜੀ ਉਹ ਤਾਂ ਹੈ ਨਹੀਂ, ਫਿਰ ਤਾਂ ਬਹੁਤ ਮਾੜੀ ਗੱਲ ਆ। ਕਹੋ ਸਤਿਨਾਮ। ਇਸ ਕਰਕੇ ਜੈਸਾ ਅਗਲਾ ਛਕਾਵੇ ਚੁੱਪ ਕਰਕੇ ਛਕ ਲਵੇ। ਬਾਬਾ ਜੀ ਦੇ ਬਚਨ ਹਨ, ਨਿਰਧਨ ਸਿੱਖ ਤੇ ਜਾਚੇ ਨੀਕਾ। ਗਰੀਬ ਸਿੱਖ ਤੋਂ ਵਧੀਆ ਖਾਣਾ ਮੰਗੇ, ਇਹ ਖਾਣ ਵਾਲੇ ਵਾਸਤੇ ਵੀ ਗਲਤੀ ਹੈ। ਜਾਣਤੀ ਭਾਵ ਮੂਲ ਹੀ ਜਾਣਾ, ਅਚਨ ਅਚਾਵਨ ਬਿਦ ਪਹਿਚਾਨ। ਬਸ ਦੋਨਾਂ ਦੀ ਭਾਵਨਾ ਵੇਖਣੀ ਚਾਹੀਦੀ ਹੈ। ਸਖੀ ਦੇ ਸੰਤੋਖੀ ਖਾਏ, ਤਿਸ ਕੀ ਬਾਸ਼ਨਾ 3 ਲੋਕ ਕੋ ਜਾਏ ਦੋਹਰਾ। ਕਰਿਓ ਕੂਚ ਤੈ ਤੇ ਚੜੇ, ਸ਼੍ਰੀ ਸਤਿਗੁਰ ਸੁਖਦਾਈ। ਤੋ ਬਹਿਬਲ ਕਲਾਂ ਤੋਂ ਪਾਤਸ਼ਾਹ ਨੇ ਚਾਲੇ ਪਾਏ ਹਨ। ਗਏ ਕਪੂਰੇ ਕੋਟ ਕੇ, ਸਿੰਘ ਸੰਗ ਸਮੁਦਾਈ। ਇਥੋਂ ਫਿਰ ਪਾਤਸ਼ਾਹ ਕੋਟਕਪੂਰੇ ਵੱਲ ਨੂੰ ਚਾਲੇ ਪਾਉਂਦੇ। ਇਸ ਤੋਂ ਬਾਅਦ ਫਿਰ ਅੱਗੇ ਸ਼ਾਇਦ ਮੁਕਤਸਰ ਸਾਹਿਬ ਦਾ ਜੰਗ ਆਵੇਗਾ, ਉਹ ਵਿਚਾਰਾ ਆਪਾਂ ਫਿਰ ਸਰਵਣ ਕਰਾਂਗੇ। ਹੁਣ ਵਿਚਾਰਾ ਇੱਥੇ ਰੋਕਣ ਦੀ ਆਗਿਆ ਬਖਸ਼ੋ, ਸਮਾਂ ਸਮਾਪਤੀ ਤੇ ਹੈ। ਥੋੜੇ ਜਿਹੇ 5 ਮਿੰਟ ਅੱਗੇ ਲੈ ਗਏ ਆਪਾਂ, ਕਿਉਂਕਿ ਇਹ ਕਥਾ ਪੂਰੀ ਕਰਨੀ ਬਣਦੀ ਸੀ। ਕਿਉਂਕਿ ਕੱਲ ਨੂੰ ਤੁਸੀਂ ਅੱਗੇ ਪਿੱਛੇ ਹੋ ਜਾਣਾ ਸੀ, ਮੈਂ ਟੱਪ ਜਾਣਾ ਸੀ। ਹੁਣ ਗੱਲ ਆਪਣੀ ਪੂਰੀ ਸਮਝ ਆ ਗਈ ਆਪਾਂ ਨੂੰ ਸਾਰਿਆਂ ਨੂੰ। ਗੁਰੂ ਕਿਰਪਾ ਕਰਨ। ਵਿਚਾਰਾ ਇੱਥੇ ਰੋਕਦੇ ਆ, ਮਾਫੀ ਚਾਹੁੰਦੇ ਆ ਰਾਗੀ ਸਿੰਘਾਂ ਤੋਂ। ਆਓ ਸਮਾਪਤੀ ਕਰੀਏ। हे अच्युत हे पार ब्रह्म अविनाशी, अविनाश हे पूरन हे सर्वमय, गुणतास हे संगी हे निरंकार, हे निर्गुण सब टेक, हे गोबिंद हे गुण निधान, सदा विवेक, हे अपरंपर हर हरे, हे संत कै सदा संग, आधार हे ठाकुर हों दासरो, निर्गुण गुण नहीं कोई, नानक दीजै नाम दान, आए प्रभ शरणागति, नित दयाल, एक अखर हर मन वसत, निहाल, एक ओंकारा सतगुरु, प्रसाद सच होए, वाहिगुरु जी की फतेह है, विनाशन सोए, वाहिगुरु जी की फतेह है, विनाशन सोए, वाहिगुरु जी का खालसा, वाहिगुरु जी की फतेह।